ਕੇਂਦਰ ਸਰਕਾਰ ਵੱਲੋਂ ਜੋ ਪੰਜਾਬ ਦੇ ਬਾਰਡਰਸ ਨੇ ਜੋ ਕਿ ਪਾਕਿਸਤਾਨ ਨਾਲ ਸਰਹੱਦ ਲੱਗਦੀ ਹੈ, ਇਹ ਬਹਾਨਾ ਬਣਾ ਕੇ ਤੇ 50 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਉਸ ਦੇ ਵਿੱਚ BSF ਦੀ ਤਾਇਨਾਤੀ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਕਿ ਸਿਆਸਤ ਕਾਫੀ ਗਰਮਾ ਗਈ ਹੈ। ਸੁਨੀਲ ਜਾਖੜ ਜੀ ਨੇ ਵੀ ਟਵੀਟ ਕੀਤਾ ਸੀ ਤੇ ਆਪਣਾ ਕਾਫੀ ਲੋਕਾਂ ਨੇ ਕਿਹਾ ਕਿ ਇਹ ਜੋ ਹੈ ਸਟੇਟ ਦੇ ਜੋ ਅਧਿਕਾਰ ਹੈ ਉਹਨਾਂ ਦਾ ਹੀ ਜੋ ਹੈ ਆਪਣਾ ਕੀ ਕਹਿੰਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਇੱਕ ਤਰੀਕੇ ਨਾਲ। ਤਾਂ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜਸਵੀਰ ਸਿੰਘ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ BSF ਦੀ ਤੈਨਾਤੀ ਆ ਉਹ ਤਾਂ ਬਾਰਡਰ ਸਿਕਿਉਰਿਟੀ ਫੋਰਸ, ਜਿਵੇਂ ਕਿ ਉਹਨਾਂ ਦਾ ਨਾਮ ਹੀ ਪਤਾ ਹੋ ਜਾਂਦਾ ਕਿ ਉਹ ਜਿੱਥੇ ਜਿੱਥੇ ਵੀ ਦੇਸ਼ ਦੀਆਂ ਸਰਹੱਦਾਂ ਹੁੰਦੀਆਂ ਨੇ ਉੱਥੇ BSF ਦੀ ਤੈਨਾਤੀ ਕੀਤੀ ਜਾਂਦੀ ਹੈ। ਅਤੇ ਹੁਣ ਵੀ ਤੈਨਾਤੀ ਆ ਜਿਹੜੀ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਆ ਜਿੱਥੇ ਜਿੱਥੇ ਵੀ ਲੱਗ ਰਹੀ ਆ ਉੱਥੇ ਤੈਨਾਤੀ ਰਹੇਗੀ। ਪਰ ਜਿਹੜੀ ਹੁਣ ਸਰਕਾਰ ਨੇ ਨਿਯਮਾਂ ਵਿੱਚ ਸੋਧ ਕੀਤੀ ਆ, ਉਹ BSF ਕੋਲ 15 ਕਿਲੋਮੀਟਰ ਤੱਕ ਦਾਇਰਾ ਸੀਗਾ। ਸਰਹੱਦ ਤੋਂ 15 ਕਿਲੋਮੀਟਰ ਤੱਕ ਆ ਕੇ ਜਿਹੜੀ BSF ਆ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰ ਸਕਦੀ ਸੀ, ਜਿਹਦੇ ਵਿੱਚ ਜਿਹੜੀ ਲੋਕਲ ਪੁਲਿਸ ਆ, ਸਥਾਨਕ ਪ੍ਰਸ਼ਾਸਨ ਆ, ਉਹ ਤੋਂ ਕਿਸੇ ਤਰ੍ਹਾਂ ਦੀ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ ਸੀ, ਕੋਈ ਪੁੱਛ-ਗਿੱਛ ਦੀ ਜ਼ਰੂਰਤ ਨਹੀਂ। ਇੱਕ ਤਰ੍ਹਾਂ ਦਾ ਉਹ ਕਹਿ ਰਹੇ ਨੇ ਕਿ ਇਹ ਸਿੱਧਾ ਰਾਸ਼ਟਰਪਤੀ ਰਾਜ ਆ ਜਿਹੜਾ ਲਗਾਉਣ ਵਾਲੇ ਪਾਸੇ, ਜਾਂ ਸਿੱਧੇ ਤੌਰ ਤੇ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਲਗਾਇਆ ਗਿਆ, ਕਿਉਂਕਿ ਜਦੋਂ ਜਿਹੜੀ ਪੁਲਿਸ ਫੋਰਸ ਜਾਂ ਜਿਹੜੀਆਂ ਉਹ ਤਾਕਤ ਆ ਜਿਹੜੀ ਉਹਨਾਂ ਦੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੁੰਦੀਆਂ। ਇਸੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਹਨਾਂ ਦਾ ਵਿਰੋਧ ਹੋ ਰਿਹਾ। ਜਿਹੜਾ ਪੰਜਾਬ ਆ ਉਹ ਬਾਰਡਰ ਸਟੇਟ ਆ ਹੈਗਾ। ਹੁਣ ਤੁਸੀਂ ਇਹ ਦੱਸੋ ਵੀ ਜਦੋਂ ਬਾਰਡਰ ਦੇ ਕੋਲ ਆ ਜਿਹੜਾ ਚਾਹੇ ਜਿੰਨੀ ਵੀ ਸਰਹੱਦ ਆ 500 ਕਿਲੋਮੀਟਰ ਦੇ ਕਰੀਬ ਹੈ ਜਿਹੜਾ ਪੰਜਾਬ ਦਾ ਜਿਹੜਾ ਏਰੀਆ ਸਰਹੱਦ ਆ ਉਹ ਲੱਗ ਰਹੀ ਹੈ, ਰਾਜਸਥਾਨ ਅਤੇ ਗੁਜਰਾਤ ਦੀ ਥੋੜ੍ਹੀ ਵੱਧ, ਰਾਜਸਥਾਨ ਦੀ ਵੱਧ ਲੱਗ ਰਹੀ ਹੈ। 500 ਕਿਲੋਮੀਟਰ ਦੇ ਵਿੱਚ ਉਹ ਸਾਰਾ ਜਿਹੜਾ ਹੈਗਾ BSF ਲੱਗੀ ਹੋਈ ਆ ਕਿ BSF ਦੀ ਤੈਨਾਤੀ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਜਿਹੜੇ ਨਜਾਇਜ਼ ਹਥਿਆਰ ਆ ਪਾਕਿਸਤਾਨ ਵੱਲੋਂ ਕਿਹਾ ਜਾ ਰਿਹਾ ਵੀ ਭੇਜੇ ਜਾਂਦੇ ਆ, ਉਹ ਰੁਕ ਗਏ। ਜੋ ਡਰੱਗ ਆ ਰਹੀ ਆ ਉਹ ਰੁਕ ਗਏ। ਡਰੋਨਾਂ ਰਾਹੀਂ ਜਿਹੜਾ ਹੋਰ ਸਮਾਨ ਭੇਜਿਆ ਜਾ ਰਿਹਾ ਗੈਰ ਕਾਨੂੰਨੀ ਉਹ ਰੁਕ ਗਏ। ਉਹ ਵੀ ਤਾਂ ਆਏ ਰਹੇ ਆ ਨਾ। ਫਿਰ ਇਹਨਾਂ ਨੂੰ 50 ਕਿਲੋਮੀਟਰ ਦੇਣ ਦਾ ਜਿਹੜਾ ਹੱਕ ਦਿੱਤਾ, ਅਧਿਕਾਰ ਦਿੱਤਾ ਹੈ, ਇਹ ਰੁਕ ਜਾਣਗੇ। ਦੱਸਿਆ ਗਿਆ ਕਿ 2022 ਦੇ ਵਿੱਚ ਜੋ ਇੰਡੀਆ ਦੀ ਇਕਨੋਮੀ ਆ ਉਹ ਗਰੋਥ ਕਰੇਗੀ ਤੇ ਚਾਈਨਾ ਨੂੰ ਕੱਟ ਦੇਗੀ। ਪਰ ਉਸ ਤੋਂ ਇਲਾਵਾ ਜਿਵੇਂ ਪਾਸਪੋਰਟ ਨਾਲ ਜੁੜੇ ਮੁੱਦੇ ਨੇ ਜਾਂ ਜਰਨਲਿਜ਼ਮ ਦੀ ਜੋ ਰੈਂਕਿੰਗ ਆ, ਇਹੋ ਜਿਹੀਆਂ ਚੀਜ਼ਾਂ ਬਾਰੇ ਕਦੀ ਵੀ ਆਪਣੇ ਨਾ ਨੈਸ਼ਨਲ ਮੀਡੀਆ 'ਚ ਗੱਲ ਹੁੰਦੀ ਹੈ, ਨਾ ਹੀ ਕੇਂਦਰ ਸਰਕਾਰ ਵੱਲੋਂ ਕੁਝ ਕਿਹਾ ਜਾਂਦਾ। ਤਾਂ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ? ਦੇਖੋ ਜਸਵੀਰ, ਇਹ ਗੱਲ ਠੀਕ ਹੈ ਕਿ ਸਰਕਾਰਾਂ ਜਿਹੜੀਆਂ ਕੋਈ ਵੀ ਚਾਹੇ ਭਾਰਤ ਸਰਕਾਰ ਹੋਵੇ ਚਾਹੇ ਸੂਬਿਆਂ ਦੀ ਸਰਕਾਰਾਂ ਹੋਵੇ, ਜਦੋਂ ਵੋਟਾਂ ਹੁੰਦੀਆਂ ਜਾਂ ਲੋਕਾਂ ਦੀਆਂ ਹਮਦਰਦੀ ਲੈਣੀ ਹੁੰਦੀਆਂ, ਵੋਟਾਂ ਲੈਣੀਆਂ, ਉਹ ਕਹਿੰਦੀਆਂ ਕੁਝ ਨੇ ਕਰਦੀਆਂ ਕੁਝ ਨੇ। ਦਿਖਾਵਾ ਤੁਹਾਨੂੰ ਬਹੁਤ ਕੁਝ ਦਿਖਾਇਆ ਜਾਂਦਾ ਕਿ ਅਸੀਂ ਇਹ ਚੀਜ਼ ਕਰਦੇ ਆ, ਅੰਕੜੇ ਹੋਰ ਤਰ੍ਹਾਂ ਦੇ ਪੇਸ਼ ਕੀਤੇ ਜਾਂਦੇ ਆ, ਪਰ ਜਿਹੜੀ ਰਿਐਲਿਟੀ ਆ ਉਹ ਗਰਾਊਂਡ ਰਿਐਲਿਟੀ ਆ ਕੁਝ ਹੋਰ ਤਰ੍ਹਾਂ ਦੀ ਹੁੰਦੀ ਆ। ਅੰਕੜੇ ਕਦੇ ਵੀ ਪੂਰੇ ਨਹੀਂ ਹੁੰਦੇ। ਹੁਣ ਜਿਵੇਂ ਤੁਸੀਂ ਵੱਖ-ਵੱਖ ਰਿਪੋਰਟਾਂ ਦੀ ਗੱਲ ਕੀਤੀ ਹੈ, ਇੱਕ ਅਜਿਹੀ ਰਿਪੋਰਟ ਵੀ ਆਈ ਆ ਕਿ ਪੰਜਾਬ ਆ ਜਿਹੜਾ ਪੂਰੇ ਭਾਰਤ ਵਿੱਚ ਸਭ ਨਾਲੋਂ ਫਾਡੀ ਰਿਹਾ ਫੋਰੈਸਟ ਦੇ ਮਾਮਲੇ ਵਿੱਚ ਲੈ ਕੇ। ਮੁੱਖ ਮੰਤਰੀ ਨੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ, ਉਹਨਾਂ ਜਲੰਧਰ ਦੇ ਵਿੱਚ ਵਪਾਰੀਆਂ ਨਾਲ ਮੀਟਿੰਗ ਕੀਤੀ ਤੇ ਉੱਥੇ ਉਹਨਾਂ ਨੇ ਬਿਜਲੀ ਦੇ ਮੁੱਦਿਆਂ ਨੂੰ ਲੈ ਕੇ ਜਾਂ ਜੋ ਇੰਸਪੈਕਟਰੀ ਰਾਜ ਹੈ, ਇਹੋ ਜਿਹੇ ਕੁਝ ਅਹਿਮ ਮੁੱਦਿਆਂ ਨੂੰ ਲੈ ਕੇ 10 ਵੱਡੇ ਵਾਅਦੇ ਕਰਤੇ। ਤਾਂ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਵਾਅਦਿਆਂ 'ਤੇ ਖਰਾ ਉਤਰ ਪਾਉਣਗੇ? ਦੇਖੋ ਗੱਲ ਫਿਰ ਜਸਵੀਰ ਉੱਥੇ ਆ ਗਈ ਕਿ ਅਗਲੇ ਵਰੇ ਫਰਵਰੀ ਦੇ ਵਿੱਚ, ਮਾਰਚ ਦੇ ਵਿੱਚ ਚੋਣਾਂ ਹੋਣੀਆਂ ਪੰਜਾਬ ਦੀਆਂ। ਇਹ ਸਾਰਾ ਕੁਛ ਚੋਣਾਂ ਨੂੰ ਧਿਆਨ 'ਚ ਰੱਖ ਕੇ, ਵੋਟਾਂ ਨੂੰ ਧਿਆਨ 'ਚ ਰੱਖ ਕੇ ਉਹ ਫੋਕਸ ਕਰਕੇ ਜਿਹੜੇ ਵਾਅਦੇ ਕੀਤੇ ਜਾ ਰਿਹਾ। ਇਹ ਕਿਹਾ ਜਾਂਦਾ ਸੀਗਾ ਕਿ GST ਲੱਗਣ ਨਾਲ ਜਿਹੜਾ ਟੈਕਸ ਆ ਉਹਦੀ ਚੋਰੀ ਆ ਜਿਹੜੀ ਬਚ ਜੂਗੀ, ਕਿ ਟੈਕਸ ਆ ਜਿਹੜੇ ਚੋਰੀ ਨਹੀਂ ਹੋਣਗੇ। ਆਪਣੇ ਆਪ ਹਰ ਚੀਜ਼ ਜਿੱਥੋਂ ਜਿਹੜਾ ਉਤਪਾਦਨ ਹੋਵੇਗਾ, ਵਪਾਰ ਦੇ ਵਿੱਚ ਕੋਈ ਚੀਜ਼ ਬਣੇਗੀ ਵੀ ਉੱਥੇ ਤੇ GST ਲੱਗ ਜੂਗਾ, ਉਹ ਕਿਸੇ ਨੂੰ ਚੋਰੀ ਨਹੀਂ ਹੋਊਗੀ। ਪਰ ਪਿਛਲੇ ਸਮੇਂ ਦੌਰਾਨ ਜਿਹੜਾ ਐਕਸਾਈਜ਼ ਡਿਪਾਰਟਮੈਂਟ ਵੱਲੋਂ, ਕਰ ਵਿਭਾਗ ਵੱਲੋਂ ਕਿੰਨੇ ਵੱਡੇ ਪੱਧਰ 'ਤੇ ਜਿਹੜੀਆਂ ਚੋਰੀ ਦੀਆਂ ਉਹ ਚੀਜ਼ਾਂ ਉਹ ਫੜੀਆਂ ਗਈਆਂ ਕਿ ਜਾਲੀ ਜਿਹੜੀਆਂ ਫਰਮਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਨਾਂ ਪਰ ਜਿਹੜਾ GST ਆ, ਜਿਹੜਾ ਟੈਕਸ ਬਚਾਇਆ ਵੀ ਜਾ ਰਿਹਾ ਤਾਂ ਵਸੂਲਿਆ ਜਾਂਦਾ। ਕਰੋੜਾਂ ਰੁਪਏ ਦੀ ਜਿਹੜੀ ਫੰਡਿੰਗ ਆ, ਕਰੋੜਾਂ ਰੁਪਏ ਦਾ ਜਿਹੜਾ ਚੂਨਾ ਹੈ ਉਹ ਜਾਲੀ ਫਰਮਾਂ ਬਣਾ ਕੇ ਕੀਤਾ ਗਿਆ। ਕਿਤੇ ਨਾ ਕਿਤੇ ਜਿਹੜੇ ਲੋਕ ਆ ਜਾਂ ਵਪਾਰੀ ਆ, ਅਜਿਹਾ ਜਿਹੜਾ ਹੱਲ ਆ ਉਹ ਫਿਰ ਲੱਭ ਲੈਂਦੇ ਨੇ ਤਾਂ ਕਿ ਜਿਹੜਾ ਟੈਕਸ ਆ ਉਹ ਬਚਾਇਆ ਜਾਵੇ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ TV ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਸਪੈਸ਼ਲ ਰਿਪੋਰਟ ਵਿੱਚ ਅਸੀਂ ਗੱਲ ਕਰਦੇ ਹਾਂ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ,
ਜਿਸ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸ੍ਰੀ ਜੈ ਸਿੰਘ ਸਿੱਬਰ ਜੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਹਾਂਜੀ ਸਰ ਅੱਜ ਕੱਲ੍ਹ ਆਪਣੀ ਜੋ ਪੰਜਾਬ ਦੀ ਸਿਆਸਤ ਵਿੱਚ ਕਾਫੀ ਜ਼ਿਆਦਾ ਮੁੱਦੇ ਗਰਮਾਏ ਹੋਏ ਨੇ। ਇਹਨਾਂ 'ਚੋਂ ਇੱਕ ਅਹਿਮ ਮੁੱਦਾ ਹੈ ਜਿਹੜਾ ਉਹ ਹੈ ਜੀ ਕੇਂਦਰ ਸਰਕਾਰ ਵੱਲੋਂ ਜੋ ਪੰਜਾਬ ਦੇ ਬਾਰਡਰਸ ਨੇ ਜੋ ਕਿ ਪਾਕਿਸਤਾਨ ਨਾਲ ਸਰਹੱਦ ਲੱਗਦੀ ਹੈ, ਇਹ ਬਹਾਨਾ ਬਣਾ ਕੇ ਤੇ 50 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਉਸ ਦੇ ਵਿੱਚ BSF ਦੀ ਤਾਇਨਾਤੀ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਕਿ ਸਿਆਸਤ ਕਾਫੀ ਗਰਮਾ ਗਈ ਹੈ। ਸੁਨੀਲ ਜਾਖੜ ਜੀ ਨੇ ਵੀ ਟਵੀਟ ਕੀਤਾ ਸੀ ਤੇ ਆਪਣਾ ਕਾਫੀ ਲੋਕਾਂ ਨੇ ਕਿਹਾ ਕਿ ਇਹ ਜੋ ਹੈ ਸਟੇਟ ਦੇ ਜੋ ਅਧਿਕਾਰ ਹੈ ਉਹਨਾਂ ਦਾ ਹੀ ਜੋ ਹੈ ਆਪਣਾ ਕੀ ਕਹਿੰਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਇੱਕ ਤਰੀਕੇ ਨਾਲ। ਤਾਂ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜਸਵੀਰ ਸਿੰਘ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ BSF ਦੀ ਤੈਨਾਤੀ ਆ ਉਹ ਤਾਂ ਬਾਰਡਰ ਸਿਕਿਉਰਿਟੀ ਫੋਰਸ, ਜਿਵੇਂ ਕਿ ਉਹਨਾਂ ਦਾ ਨਾਮ ਹੀ ਤੋਂ ਪਤਾ ਹੋ ਜਾਂਦਾ ਹੈ ਕਿ ਉਹ ਜਿੱਥੇ ਜਿੱਥੇ ਵੀ ਦੇਸ਼ ਦੀਆਂ ਸਰਹੱਦਾਂ ਹੁੰਦੀਆਂ ਨੇ ਉੱਥੇ BSF ਦੀ ਤੈਨਾਤੀ ਕੀਤੀ ਜਾਂਦੀ ਆ। ਅਤੇ ਹੁਣ ਵੀ ਤੈਨਾਤੀ ਆ ਜਿਹੜੀ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਆ, ਜਿੱਥੇ ਜਿੱਥੇ ਵੀ ਲੱਗ ਰਹੀ ਆ ਉੱਥੇ ਤੈਨਾਤੀ ਰਹੇਗੀ। ਪਰ ਜਿਹੜੀ ਹੁਣ ਸਰਕਾਰ ਨੇ ਨਿਯਮਾਂ ਵਿੱਚ ਸੋਧ ਕੀਤੀ ਆ, ਉਹ BSF ਕੋਲ 15 ਕਿਲੋਮੀਟਰ ਤੱਕ ਦਾਇਰਾ ਸੀਗਾ। ਸਰਹੱਦ ਤੋਂ 15 ਕਿਲੋਮੀਟਰ ਤੱਕ ਆ ਕੇ ਜਿਹੜੀ BSF ਆ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰ ਸਕਦੀ ਸੀ, ਜਿਹਦੇ ਵਿੱਚ ਜਿਹੜੀ ਲੋਕਲ ਪੁਲਿਸ ਆ, ਸਥਾਨਕ ਪ੍ਰਸ਼ਾਸਨ ਆ, ਉਹ ਤੋਂ ਕਿਸੇ ਤਰ੍ਹਾਂ ਦੀ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ ਸੀ, ਕੋਈ ਪੁੱਛ-ਗਿੱਛ ਦੀ ਜ਼ਰੂਰਤ ਨਹੀਂ ਸੀ। ਹੁਣ ਉਹ ਦਾਇਰਾ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ 50 ਕਿਲੋਮੀਟਰ ਕੀਤਾ, ਇਹੀ ਰਾਜਸਥਾਨ ਦੇ ਵਿੱਚ ਆ ਜਿਹੜਾ ਉਹ 50 ਕਿਲੋਮੀਟਰ ਕੀਤਾ, ਅਤੇ ਗੁਜਰਾਤ ਵਿੱਚ ਸੀਗਾ 80 ਕਿਲੋਮੀਟਰ, ਉਹ ਘਟਾ ਕੇ 50 ਕਿਲੋਮੀਟਰ ਕੀਤਾ। ਇੱਦਾਂ ਹੀ ਜਿਹੜਾ ਅਸਾਮ ਸੀਗਾ, ਮੇਘਾਲਿਆ, ਜਿੱਥੇ ਜਿੱਥੇ ਵੀ ਭਾਰਤ ਦੇ ਨਾਲ ਜਿਹੜੀਆਂ ਬਾਰਡਰ ਸਟੇਟਸ ਲੱਗਦੀਆਂ ਨੇ, ਜਿਵੇਂ ਜੰਮੂ ਕਸ਼ਮੀਰ ਹੋ ਗਿਆ, ਇਹਦਾ 50 ਕਿਲੋਮੀਟਰ ਤੱਕ ਦਾ ਜਿਹੜਾ ਏਰੀਆ ਉਹ ਕਰ ਦਿੱਤਾ ਗਿਆ। ਹੁਣ ਇਹਨੂੰ ਲੈ ਕੇ ਜਿਹੜਾ ਸੁਭਾਵਿਕ ਆ ਕਿ ਜਿਹੜੀ ਰਾਜਨੀਤੀ ਆ ਉਹ ਭਖਣੀ ਆ, ਵਿਰੋਧੀ ਧਿਰਾਂ ਨੇ ਸਰਕਾਰ ਪਰ ਘੇਰਨਾ ਵੀ ਆ ਕਿਤੇ ਨਾ ਕਿਤੇ। ਜਿਵੇਂ ਕਿ ਕੱਲ੍ਹ ਜਿਹੜੇ ਪੰਜਾਬ ਦੇ ਗ੍ਰਹਿ ਮੰਤਰੀ ਨੇ ਆਪਣੇ ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ, ਅਤੇ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਆਮ ਆਦਮੀ ਪਾਰਟੀ ਨੇ ਵੀ ਕੇਂਦਰ ਸਰਕਾਰ ਪਰ ਨਿਸ਼ਾਨਾ ਸਾਧਿਆ ਕਿ ਇਹ ਜਿਹੜਾ ਸੂਬਿਆਂ ਦਾ ਜਿਹੜਾ ਫੰਡਾਮੈਂਟਲ ਰਾਈਟਸ ਨੇ ਜਾਂ ਫੈਡਰਲਿਜ਼ਮ ਨੇ, ਉਹਨਾਂ ਦੇ ਵਿੱਚ ਇਹ ਸਿੱਧੀ ਦਖਲਅੰਦਾਜ਼ੀ ਕੀਤੀ ਜਾ ਰਹੀ ਆ। ਉਹ ਸੂਬਿਆਂ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ। ਜਿਵੇਂ ਤੁਸੀਂ ਕਿਹਾ, ਇਹ ਬਿਲਕੁਲ ਸੇਮ ਉਹੀ ਗੱਲ ਆ ਕਿ ਦੇਖੋ, ਕੇਂਦਰ ਸਰਕਾਰ ਆ ਜਿਹੜੀ ਪਿਛਲੇ ਲੰਬੇ ਸਮੇਂ 'ਤੇ ਜਿਹੜੀ ਸਟੇਟਾਂ ਹੈ ਉਹਨਾਂ ਦੀ ਹਾਲਤ ਆ ਜਿਹੜੀ ਮਿਊਨਿਸਪਲ ਕੌਂਸਲਾਂ ਵਰਗੀ ਕਰਦੀ ਜਾ ਰਹੀ ਆ। ਇਹ ਜਿਹੜੀ ਕਿ ਕੇਂਦਰ ਸਰਕਾਰ ਪਰ ਡਿਪੈਂਡਡ ਕਰਦੇ ਆ ਵੀ ਜਿਹੜੀਆਂ ਸਟੇਟਾਂ ਹੈ ਉਹ ਕੇਂਦਰ 'ਤੇ ਨਿਰਭਰਤਾ ਰਹਿਣ। ਜੇ ਇੱਦਾਂ ਦਾ ਮਾਹੌਲ ਹੋਇਆ ਤਾਂ ਜਿਹੜੀ ਸਟੇਟਾਂ ਦੀ ਹੋਂਦ ਆ, ਰਾਜਾਂ ਦੀ ਹੋਂਦ ਆ, ਉਹ ਖਤਮ ਹੋ ਜਾਏਗੀ। ਹੁਣ ਇਹ 'ਚ ਹੋਵੇਗਾ ਕਿਆ, BSF 50 ਕਿਲੋਮੀਟਰ ਤੱਕ ਅੰਦਰ ਆ ਸਕਦੀ ਹੈ। ਤੁਸੀਂ ਇਹ ਦੇਖੋ ਵੀ ਸਰਹੱਦ ਤੋਂ ਲੈ ਕੇ ਜਿਹੜਾ ਰਈਆ ਹੈ, ਮੈਨੂੰ ਲੱਗਦਾ ਵੀ ਰਈਏ ਤੋਂ ਜਿਹੜਾ ਅੰਮ੍ਰਿਤਸਰ ਤੋਂ ਉੱਪਰਲੀ ਹੱਦ ਆ ਉਹ 50 ਕਿਲੋਮੀਟਰ ਹੋ ਜਾਣੀ, ਰਈਏ ਤੱਕ ਆ ਜਾਣੀ। ਇੱਦਾਂ ਹੀ ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਜਿਹੜੇ ਸਰਹੱਦੀ ਜ਼ਿਲ੍ਹੇ ਆ, 5-6 ਜ਼ਿਲ੍ਹੇ ਆ, ਉਹਨਾਂ ਦੇ ਵਿੱਚ ਉਹ ਸਾਰੇ ਕ੍ਰਾਸ ਕਰਕੇ ਸਰਕਾਰ ਉਹ ਜਿਹੜੀ BSF ਆ ਕਿਤੇ ਵੀ ਆ ਸਕਦੀ ਹੈ। ਹੁਣ ਇਹਦੇ 'ਚ ਹੋਵੇਗਾ ਕਿਆ, BSF ਨੇ ਅਗਰ ਕਿਸੇ ਦੇ ਘਰ ਵਿੱਚ ਛਾਪੇਮਾਰੀ ਕਰਨੀ ਹੈ, ਕਿਸੇ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕਰਨ ਵਾਸਤੇ ਚੱਕਣਾ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਕਰਨੀ ਆ, ਉਹਨਾਂ ਨੂੰ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਅਗਾਊਂ ਸੂਚਨਾ ਦੇਣ ਦੀ ਕੋਈ ਜ਼ਰੂਰਤ ਨਹੀਂ। ਹੁਣ ਤੱਕ ਦਾ ਕਿਆ ਕਾਨੂੰਨ ਸੀਗਾ ਕਿ ਜੇਕਰ BSF ਨੂੰ ਕਿਸੇ ਪਰ ਸ਼ੱਕ ਆ, BSF ਨੇ ਰੇਡ ਕਰਨੀ ਆ, ਤਾਂ ਜਿਹੜੀ ਸਥਾਨਕ ਪੁਲਿਸ ਆ ਉਹਨੂੰ ਭਰੋਸੇ ਵਿੱਚ ਲੈਣਾ, ਉਹਨੂੰ ਦੱਸਣਾ, ਉਹਨੂੰ ਨਾਲ ਲਿਜਾਣਾ ਜ਼ਰੂਰੀ ਆ। ਮੰਨ ਲਓ BSF ਨੇ ਕੋਈ ਕਾਰਵਾਈ ਕਰਨੀ ਆ ਤਾਂ ਪੰਜਾਬ ਪੁਲਿਸ ਵੀ ਨਾਲ ਜਾਵੇਗੀ, ਤਾਂ ਉਹ ਸਾਂਝਾ ਆਪਰੇਸ਼ਨ ਆ ਜਿਹੜਾ ਕਰੇਗੀ, ਉੱਥੋਂ ਕਾਰਵਾਈ ਅੱਗੇ ਲੈ ਕੇ ਜਾਵੇਗੀ। ਹੁਣ ਜਦੋਂ ਇਹ 50 ਕਿਲੋਮੀਟਰ ਦਾ ਉਹਨਾਂ ਨੂੰ ਦਾਇਰਾ ਮਿਲ ਜਾਣਾ, ਭਾਵੇਂ ਕਿ ਉਹਨਾਂ ਨੇ ਆਪਣਾ ਜਿਹੜਾ ਬਾਰਡਰ ਆ ਉੱਥੇ ਉਹਨਾਂ ਦੀ ਤੈਨਾਤੀ ਰਹੇਗੀ, ਉੱਥੇ ਹੀ ਉਹ ਸਿਕਿਉਰਿਟੀ ਕਰਨਗੇ, ਪਹਿਰਾ ਦੇਣਗੇ ਉਹਨਾਂ ਦੇ ਜਵਾਨ। ਅਗਰ ਉਹਨਾਂ ਨੂੰ ਕੋਈ ਸ਼ੱਕ ਮਿਲ ਗਈ, ਅਗਰ ਉਹਨਾਂ ਨੂੰ ਕੋਈ ਗੁਪਤ ਇਨਫੋਰਮੇਸ਼ਨ ਮਿਲ ਗਈ ਕਿ ਫਲਾਣੇ ਪਿੰਡ ਦੇ ਵਿੱਚ ਉੱਥੇ ਅਸਲਾ ਪਿਆ, ਉੱਥੇ ਡਰੱਗ ਪਈ ਆ, ਉੱਥੇ ਕੋਈ ਹੋਰ ਆ ਜਿਹੜੀਆਂ ਗੈਰ ਆਪਾਂ ਕਹਿੰਦਾ ਕਾਨੂੰਨੀ ਕੋਈ ਸਮਾਨ ਪਿਆ, ਉਹ ਜਿਹੜੀ BSF ਦੀ ਪਾਰਟੀ ਹੋਵੇਗੀ ਉਹ ਬਿਨਾਂ ਪੁੱਛੇ ਆ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿਸੇ ਦੇ ਵੀ ਘਰ ਆ ਕੇ ਛਾਪਾ ਮਾਰ ਕੇ ਉੱਥੇ ਤੇ ਕਿਸੇ ਨੂੰ ਗ੍ਰਿਫਤਾਰ ਕਰਕੇ ਬਾਅਦ 'ਚੋਂ ਆਪਣਾ ਲਿਜਾ ਸਕਦੀ ਹੈ। ਸਾਰੀ ਕਾਰਵਾਈ ਜਿਹੜੀ BSF ਵੱਲੋਂ ਕੀਤੀ ਜਾਵੇਗੀ। ਇਹ ਜਿਹੜਾ ਨੋਟੀਫਿਕੇਸ਼ਨ ਆ ਭਾਰਤ ਸਰਕਾਰ ਵੱਲੋਂ ਆ ਜਿਹੜਾ ਕੱਲ੍ਹ ਕੀਤਾ ਗਿਆ, ਇਹ ਸਾਰੀਆਂ ਸੂਬੇ ਆ ਜਿਹੜੇ ਜੰਮੂ ਕਸ਼ਮੀਰ ਹੋ ਗਿਆ, ਪੰਜਾਬ ਹੋ ਗਿਆ, ਰਾਜਸਥਾਨ ਹੋ ਗਿਆ, ਗੁਜਰਾਤ ਹੋ ਗਿਆ,
ਅਸਾਮ ਹੋ ਗਿਆ, ਜਿਹੜੇ ਜਿਹੜੇ ਇਹ ਸੂਬੇ ਆ ਜਿਹੜੇ ਸਰਹੱਦ ਨਾਲ ਲੱਗਦੇ ਆ, ਉਹਨਾਂ ਸੂਬਿਆਂ ਨੂੰ ਬਾਕੀ ਉਹਨਾਂ ਪਰ ਇਹ ਜਿਹੜਾ ਐਕਟ ਆ, ਇਹ ਨੋਟੀਫਿਕੇਸ਼ਨ ਆ ਜਿਹੜਾ ਲਾਗੂ ਹੋਵੇਗਾ। ਹੁਣ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਜਿੱਥੇ ਗੁਜਰਾਤ ਦੇ ਵਿੱਚ 80 ਕਿਲੋਮੀਟਰ ਦਾ ਦਾਇਰਾ ਸੀਗਾ ਜਿਹੜਾ ਨੋਟੀਫਿਕੇਸ਼ਨ ਤਾਂ, ਉੱਥੇ 50 ਕਰਤਾ। ਬਾਕੀਆਂ ਦਾ ਪੰਜਾਬ ਦੇ ਵਿੱਚ 15 ਕਿਲੋਮੀਟਰ ਤਾਂ, ਜੰਮੂ ਕਸ਼ਮੀਰ 'ਚ 15 ਕਿਲੋਮੀਟਰ ਤਾਂ, ਉੱਥੇ ਇਹ ਦਾਇਰਾ ਵਧਾ ਕੇ 50 ਕਿਲੋਮੀਟਰ ਕਰਤਾ। ਕਿਤੇ ਨਾ ਕਿਤੇ ਸਿੱਧਾ ਜਿਹੜਾ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਇਸ ਕਰਕੇ ਸਾਡੇ ਪੰਜਾਬ ਦੇ ਜਿੰਨੇ ਵੀ ਲੀਡਰ ਨੇ ਉਹ ਇਹਦਾ ਵਿਰੋਧ ਕਰ ਰਹੇ ਨੇ। ਇੱਕ ਤਰ੍ਹਾਂ ਦਾ ਉਹ ਕਹਿ ਰਹੇ ਨੇ ਕਿ ਇਹ ਸਿੱਧਾ ਰਾਸ਼ਟਰਪਤੀ ਰਾਜ ਆ ਜਿਹੜਾ ਲਗਾਉਣ ਵਾਲੇ ਪਾਸੇ, ਜਾਂ ਸਿੱਧੇ ਤੌਰ ਤੇ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਲਗਾਇਆ ਗਿਆ, ਕਿਉਂਕਿ ਜਦੋਂ ਜਿਹੜੀ ਫੋਰਸ ਜਾਂ ਜਿਹੜੀਆਂ ਉਹ ਤਾਕਤ ਆ ਜਿਹੜੀ ਉਹਨਾਂ ਦੀ, ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੁੰਦੀਆਂ। ਇਸੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਹਨਾਂ ਦਾ ਵਿਰੋਧ ਹੋ ਰਿਹਾ। ਦੂਜੀ ਗੱਲ ਜਿਹੜੀ ਕੇਂਦਰ ਦੀ ਹੁਣ ਤੱਕ ਦੀ ਮਨਸ਼ਾ ਰਹੀ ਆ ਉਹ ਇਹ ਆ, ਦੇਖੋ ਸਭ ਤੋਂ ਪਹਿਲਾਂ ਇਹ GST ਲੈ ਕੇ ਆਏ। GST ਨਾਲ ਕਿਆ ਹੋ ਰਿਹਾ ਕਿ ਇੱਥੇ ਦਾ ਜਿੰਨਾ ਵੀ ਟੈਕਸ ਆ ਉਹ ਇੱਕ ਜਗ੍ਹਾ ਇਕੱਠਾ ਹੋ ਰਿਹਾ। ਇਕੱਠਾ ਕਰਕੇ ਬਾਅਦ ਚੋਂ ਜਿਹੜੇ ਸੂਬੇ ਆ ਉਹ ਉਹਨਾਂ ਦੇ ਵੱਲ ਦੇਖਦੇ ਰਹਿੰਦੇ ਨੇ, ਮਿੰਨਤਾਂ ਕਰਦੇ ਰਹਿੰਦੇ ਨੇ ਕਿ ਸਾਨੂੰ ਫੰਡ ਦਿਓ, ਸਾਡਾ ਜਿਹੜਾ ਬਣਦਾ ਹਿੱਸਾ ਦਿਓ। ਉਹ ਵੀ ਹੁਣ ਜਿਹੜੇ 5 ਸਾਲ ਤੋਂ ਬਾਅਦ ਉਹ ਖਤਮ ਹੋ ਜਾਣੀ GST। ਹੁਣ ਉਹ ਜਿੰਨਾ GST ਜਿਹੜਾ ਸੂਬੇ ਦਾ ਹੋਵੇਗਾ ਉਹਨੂੰ ਉਨਾ ਹੀ ਮਿਲੇਗਾ। ਪਹਿਲਾਂ ਇਹਨੇ ਕੁਝ ਕੰਪਨਸੇਸ਼ਨ ਕਰਕੇ ਜਿਹੜੀ ਭਾਰਤ ਸਰਕਾਰ ਆ ਉਹ ਦੇ ਰਹੀ ਸੀ। ਉਹ ਤੋਂ ਬਾਅਦ ਇਹ ਕਰ ਰਿਹਾ ਵਨ ਟੈਕਸ, ਵਨ ਨੇਸ਼ਨ, ਵਨ ਟੈਕਸ, ਵਨ ਰਾਸ਼ਨ, ਵਨ ਕਾਰਡ। ਉਹ ਸਾਰੇ ਕੁਛ ਨੂੰ ਇੱਕ ਪਾਸੇ ਨੂੰ ਕਰਕੇ ਵੱਧ ਰਹੀ ਹੈ। ਇਹਦੇ ਮਤਲਬ ਇਹ ਹੋ ਗਿਆ ਕਿ ਭਾਰਤ ਸਰਕਾਰ ਆ ਜਿਹੜੀ, ਇਹ ਸਾਰੇ ਸੂਬਿਆਂ ਦੇ ਅਧਿਕਾਰ ਆ ਜਿਹੜੇ ਉਹ ਖੋਣਾ ਚਾਹੁੰਦੀ ਆ। ਉਹ ਜਿਹੜੇ ਸੂਬਿਆਂ ਦੇ ਅਧਿਕਾਰ ਆ ਉਹ ਖੋਣ ਵਾਲੇ ਪਾਸੇ ਨੂੰ ਸਰਕਾਰ ਵੱਧ ਰਹੀ ਆ। ਜਿਵੇਂ ਕਿ ਬਾਕੀ ਟੈਕਸ ਖੋਹ ਰਹੇ ਆ, ਜਿਹੜੇ ਜਿਵੇਂ ਵਨ ਰਾਸ਼ਨ ਕਾਰਡ ਤੇ ਵਨ ਰਾਸ਼ਨ ਵਾਲੀ ਉਹਨਾਂ ਨੇ ਗੱਲ ਕਰ ਦਿੱਤੀ। ਇੱਦਾਂ ਹੀ ਜਿਹੜੇ ਇਹ 3 ਖੇਤੀ ਕਾਨੂੰਨ ਬਣਾਏ ਨੇ ਜਿਨ੍ਹਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਕਿਸਾਨ ਵਿਰੋਧ ਕਰ ਰਹੇ ਨੇ, ਲੋਕ ਵਿਰੋਧ ਕਰ ਰਹੇ ਨੇ। ਇਹ ਵੀ ਸਿੱਧਾ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਡਾਕਾ ਮਾਰਿਆ ਗਿਆ, ਕਿਉਂਕਿ ਜਿਹੜਾ ਖੇਤੀ ਆ ਉਹ ਸਟੇਟ ਸਬਜੈਕਟ ਆ। ਜੇ ਕੋਈ ਖੇਤੀ ਦੇ ਸੰਬੰਧੀ ਕੋਈ ਕਾਨੂੰਨ ਬਣਾਉਣਾ ਹੈ, ਕੋਈ ਰੂਲ ਬਣਾਉਣੇ ਆ, ਕੋਈ ਚੇਂਜ ਕਰਨੇ ਆ, ਇਹ ਸੂਬਿਆਂ ਦਾ ਅਧਿਕਾਰ ਆ। ਪਰ ਸੂਬਿਆਂ ਦੇ ਅਧਿਕਾਰਾਂ ਨੂੰ ਅਣਗੌਲਿਆ ਕਰਦੇ ਹੋਏ, ਅਣਦੇਖਿਆ ਕਰਦੇ ਹੋਏ ਭਾਰਤ ਸਰਕਾਰ ਨੇ ਆਪਣੇ 3 ਖੇਤੀ ਕਾਨੂੰਨ ਆ ਜਿਹੜੇ ਬਣਾ ਦਿੱਤੇ ਨੇ। ਸੂਬਿਆਂ ਦੀ ਕੋਈ ਉਹਦੇ ਵਿੱਚ ਆ ਜਿਹੜੀ ਸਹਿਮਤੀ ਨਹੀਂ ਲਈ ਹੈਗੀ, ਜਿਸ ਕਰਕੇ ਅੱਜ ਪੰਜਾਬ ਦੇ ਕਿਸਾਨ, ਦੇਸ਼ ਦੇ ਕਿਸਾਨ, ਹਰਿਆਣੇ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਉਹ ਦਿੱਲੀ ਦੇ ਜਿਹੜੇ ਬਾਰਡਰ ਆ ਉੱਥੇ ਬੈਠੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ। ਇਸ ਕਰਕੇ ਭਾਰਤ ਸਰਕਾਰ ਦੇ ਪ੍ਰਤੀ ਜਿਹੜੀਆਂ ਇਹ ਧਾਰਨਾ ਪਾਈ ਜਾਂਦੀ ਹੈ, ਖਾਸ ਕਰਕੇ BJP ਦੇ ਪ੍ਰਤੀ, RSS ਦੇ ਪ੍ਰਤੀ ਇੱਕ ਲੋਕਾਂ ਦੇ ਵਿੱਚ ਇਹ ਧਾਰਨਾ ਪਾਈ ਜਾ ਰਹੀ ਹੈ, ਖਾਸ ਕਰਕੇ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ, ਕਿ ਜਿਹੜੇ ਘੱਟ ਗਿਣਤੀ ਲੋਕ ਨੇ ਜਿਨ੍ਹਾਂ ਦੇ ਵਿੱਚ ਸਿੱਖ ਹੋ ਗਏ, ਈਸਾਈ ਹੋ ਗਏ, ਸ਼ਡਿਊਲ ਕਾਸਟ ਹੋ ਗਏ, ਬੋਧੀ ਹੋ ਗਏ, ਜੈਨੀ ਹੋ ਗਏ, ਕਿ ਇਹ ਜਿਹੜੇ ਮੁਸਲਮਾਨ ਹੋ ਗਏ, ਵੀ ਜਿਹੜੇ ਇਹ ਲੋਕ ਨੇ ਇਹ ਘੱਟ ਗਿਣਤੀਆਂ ਦੇ ਪ੍ਰਤੀ ਇਹਨਾਂ ਦੀ ਜਿਹੜੀ ਨਫ਼ਰਤ ਆ, ਇਹ ਘੱਟ ਗਿਣਤੀਆਂ ਦੇ ਜਿਹੜੇ ਅਧਿਕਾਰ ਆ ਉਹਨੂੰ ਦਬਾਉਣਾ ਚਾਹੁੰਦੇ ਆ। ਜਿਹੜਾ ਇਹ ਕਾਨੂੰਨ ਹੁਣ ਲੈ ਕੇ ਆਉਂਦਾ, ਇਹਦੇ ਨਾਲ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਜਿਹੜਾ ਉਹਨਾਂ ਦਾ ਡਰ ਆ, ਜਿਹੜੀ ਉਹਨਾਂ ਦੀ ਸੋਚ ਆ, ਜਿਹੜਾ ਉਹਨਾਂ ਦਾ ਮਨਸ਼ਾ ਘੱਟ ਗਿਣਤੀਆਂ ਦਾ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜਾ ਕਾਨੂੰਨ ਨੋਟੀਫਿਕੇਸ਼ਨ ਕੀਤਾ, ਉਹਨਾਂ ਦੇ ਡਰ ਦੀ, ਉਹਨਾਂ ਦੀ ਮਨਸ਼ਾ ਦੀ ਇੱਕ ਤਰ੍ਹਾਂ ਦੀ ਜਿਹੜੀ ਪਾਈ ਜਾਂਦੀ ਸੀ ਘੱਟ ਗਿਣਤੀਆਂ ਦੇ ਵਿੱਚ, ਉਹਦੀ ਪ੍ਰੋੜਤਾ ਕਰ ਦਿੱਤੀ ਆ। ਭਾਰਤ ਸਰਕਾਰ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਿਹੜੇ ਸੂਬੇ ਆ ਉਹਨਾਂ ਤੋਂ ਜਿਹੜੀ ਕੰਸਲਟ ਆ ਉਹ ਲੈਣੀ ਚਾਹੀਦੀ ਆ, ਪੁੱਛਣਾ ਚਾਹੀਦਾ, ਸਹਿਮਤੀ ਲੈਣੀ ਚਾਹੀਦੀ ਹੈ, ਕਿ ਤਾਂ ਜਾ ਕੇ ਇਹਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਗੱਲ ਬਣਦੀ ਆ। ਇਹ ਠੀਕ ਹੈ ਕਿ ਜਿਹੜਾ ਪੰਜਾਬ ਆ ਉਹ ਬਾਰਡਰ ਸਟੇਟ ਆ ਹੈਗਾ। ਹੁਣ ਤੁਸੀਂ ਇਹ ਦੱਸੋ ਵੀ ਜਦੋਂ ਬਾਰਡਰ ਦੇ ਕੋਲ ਆ, ਜਿਹੜਾ ਚਾਹੇ ਜਿੰਨੀ ਵੀ ਸਰਹੱਦ ਆ 500 ਕਿਲੋਮੀਟਰ ਦੇ ਕਰੀਬ ਆ, ਜਿਹੜਾ ਪੰਜਾਬ ਦਾ ਜਿਹੜਾ ਏਰੀਆ ਸਰਹੱਦ ਆ ਉਹ ਲੱਗ ਰਹੀ ਹੈ, ਰਾਜਸਥਾਨ ਤੇ ਗੁਜਰਾਤ ਦੀ ਥੋੜ੍ਹੀ ਵੱਧ, ਰਾਜਸਥਾਨ ਦੀ ਵੱਧ ਲੱਗ ਰਹੀ ਹੈ। 500 ਕਿਲੋਮੀਟਰ ਦੇ ਵਿੱਚ ਉਹ ਸਾਰਾ ਜਿਹੜਾ ਹੈਗਾ BSF ਲੱਗੀ ਹੋਈ ਆ, ਕਿ BSF ਦੀ ਤੈਨਾਤੀ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਜਿਹੜੇ ਨਜਾਇਜ਼ ਹਥਿਆਰ ਆ ਪਾਕਿਸਤਾਨ ਵੱਲੋਂ ਕਿਹਾ ਜਾ ਰਿਹਾ ਵੀ ਭੇਜੇ ਜਾਂਦੇ ਆ, ਉਹ ਰੁਕ ਗਏ। ਜੋ ਡਰੱਗ ਆ ਰਹੀ ਆ ਉਹ ਰੁਕ ਗਏ। ਡਰੋਨਾਂ ਰਾਹੀਂ ਜਿਹੜਾ ਹੋਰ ਸਮਾਨ ਭੇਜਿਆ ਜਾ ਰਿਹਾ ਗੈਰ ਕਾਨੂੰਨੀ, ਉਹ ਰੁਕ ਗਏ। ਉਹ ਵੀ ਤਾਂ ਆਏ ਰਹੇ ਆ ਨਾ। ਫਿਰ ਇਹਨਾਂ ਨੂੰ 50 ਕਿਲੋਮੀਟਰ ਦੇਣ ਦਾ ਜਿਹੜਾ ਹੱਕ ਦਿੱਤਾ, ਅਧਿਕਾਰ ਦਿੱਤਾ, ਇਹ ਰੁਕ ਜਾਣਗੇ। ਕਿਤੇ ਨਾ ਕਿਤੇ ਇਹਦੇ ਨਾਲ ਹੋਵੇਗਾ ਕਿਆ ਕਿ ਜਿਹੜੇ ਹਥਿਆਰ ਆ ਰਹੇ ਆ, ਜਿਹੜੀ ਸਮੱਗਰੀ ਆ ਰਹੀ ਆ, ਜਿਹੜਾ ਕੋਈ ਨਸ਼ੀਲੇ ਪਦਾਰਥ ਆ ਰਿਹਾ, ਉਹਦੀ ਆੜ ਹੇਠ ਕਿਤੇ ਨਾ ਕਿਤੇ ਜਿਹੜੇ ਪੰਜਾਬੀ ਨੇ, ਪੰਜਾਬ ਦੇ ਨੌਜਵਾਨ ਹੋਣਗੇ, ਉਹਨਾਂ ਦੇ ਪਰ ਜਿਹੜਾ ਚੱਕ ਚਕਾਈ, ਗ੍ਰਿਫਤਾਰੀਆਂ, ਹਿਰਾਸਤ ਵਿੱਚ ਲੈਣ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਵਧਣਗੀਆਂ। ਹੁਣ ਉਹਦੇ ਨਾਲ ਕਿਆ ਹੋਵੇਗਾ, ਜਿਵੇਂ ਕਿ ਸਰਕਾਰ ਨੇ ਪਹਿਲਾਂ ਐਸਮਾ ਲਾਇਆ ਹੋਇਆ, ਅਨਲਾਫੁਲ ਐਕਟੀਵਿਟੀ ਐਕਟ ਲਾਇਆ ਹੋਇਆ ਹੈ ਨਾ,
ਜਿਹਨੂੰ ਆਪਾਂ UPA ਕਹਿ ਰਹੇ ਆ, UAP ਕਹਿ, ਉਹਦੇ ਇਸ ਤਰ੍ਹਾਂ ਕਰਕੇ ਪੰਜਾਬ ਦੇ ਵਿੱਚ ਵੀ ਜਦੋਂ ਇਹਨਾਂ ਨੂੰ ਕੋਈ ਇਸ ਸ਼ਿਕਾਇਤ ਮਿਲੇਗੀ ਜਾਂ ਕੋਈ ਜਾਣਕਾਰੀ ਮਿਲੇਗੀ ਤਾਂ ਉਹ ਕਿਤੇ ਤੋਂ ਵੀ ਰੇਡ ਚੱਕ ਕੇ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ, ਥਾਣੇ ਦੇ ਵਿੱਚ ਸੁੱਟਿਆ ਜਾਵੇਗਾ, ਤਸੱਦਦ ਆ ਜਿਹੜਾ ਉਹ ਕੀਤਾ ਜਾਵੇਗਾ। ਇਸ ਕਰਕੇ ਜਿਹੜੇ ਪੰਜਾਬ ਦੇ ਨੌਜਵਾਨ ਨੇ, ਪੰਜਾਬ ਦੇ ਲੋਕ ਨੇ, ਪੰਜਾਬ ਦੇ ਬੁੱਧੀਜੀਵਨ, ਉਹਨਾਂ ਨੂੰ ਇਹ ਚਿੰਤਾ ਜਿਹੜੀ ਸਤਾ ਰਹੀ ਹੈ। ਦੂਜੇ ਪਾਸੇ BJP ਦੇ ਜਿਹੜੇ ਲੀਡਰ ਨੇ ਉਹਨਾਂ ਨੇ ਤਾਂ ਸਵਾਗਤ ਕਰਨਾ ਹੀ ਕਰਨਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਹ ਗੱਲ ਕਹਿ ਰਹੇ ਨੇ ਕਿ ਦੇਸ਼ ਦੀ ਜਿਹੜੀ ਸਿਕਿਉਰਿਟੀ ਆ ਉਹਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ ਚਾਹੀਦਾ, ਇਹਦੇ ਪਰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਬਿਲਕੁਲ ਸਹੀ ਗੱਲ ਹੈ ਕਿ ਜਿਹੜੀ ਦੇਸ਼ ਦੀਆਂ ਸਿਕਿਉਰਿਟੀ ਆ ਉਹਦੇ ਪਰ ਕਿਸੇ ਤੈਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਪਰ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਕੀਤੀ ਜਾ ਰਹੀ ਆ। ਜੇ ਉਹ ਸਰਹੱਦਾਂ ਦੇ ਪਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਬੋਲੀ BJP ਦੀ ਲੀਡਰਸ਼ਿਪ ਕੇਂਦਰ ਸਰਕਾਰ ਬੋਲਦੀ ਸੀ, ਉਹੀ ਬੋਲੀ ਆ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਰਹੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਬੋਲਦੇ। ਕਿਤੇ ਨਾ ਕਿਤੇ ਇਹਨਾਂ ਗੱਲਾਂ 'ਤੇ ਜਿਹੜੇ ਪੰਜਾਬ ਦੇ ਲੋਕ ਕਹਿੰਦੇ ਸੀਗੇ ਕਿ ਮਿਲੀ ਭੁਗਤਾ ਉਹਨਾਂ ਦੀ ਬੋਲੀ ਬੋਲਦੇ ਆ, ਜਦੋਂ ਅਜਿਹੀਆਂ ਬਿਆਨਬਾਜ਼ੀ ਸਾਹਮਣੇ ਆਉਂਦੀ ਆ ਤਾਂ ਇਹ ਜੱਗ ਜ਼ਾਹਰ ਹੋ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਸੱਚਮੁੱਚ ਜਿਹੜਾ ਕੇਂਦਰ ਦਾ ਇਸ਼ਾਰਾ ਉਹਦੇ ਪਰ ਇਹ ਬੋਲਦੇ ਰਹੇ। ਕੈਪਟਨ ਅਮਰਿੰਦਰ ਸਿੰਘ ਦੀ ਇਹ ਮਜਬੂਰੀ ਆ ਜਾਂ ਨਹੀਂ ਮਜਬੂਰੀ ਆ? ਇਹ ਜਦੋਂ ਪਾਰਟੀ ਦੇ ਬਾਕੀ ਦੇ ਸਾਰੇ ਲੀਡਰ ਸੁਨੀਲ ਜਾਖੜ ਨਹੀਂ ਹੋ ਗਏ, ਸੁਖਜਿੰਦਰ ਸਿੰਘ ਰੰਧਾਵਾ ਹੋ ਕੇ ਮੁੱਖ ਮੰਤਰੀ ਹੋ ਗਏ, ਉਹ ਪੰਜਾਬ ਵਾਲੇ ਪਾਸੇ ਖੜੇ ਨੇ, ਤਾਂ ਇਕੱਲੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਉਹ ਦਿੱਲੀ ਵਾਲੇ ਪਾਸੇ ਖੜੇ ਨੇ। ਇਹਨਾਂ ਨੂੰ ਸੋਚ ਵਿਚਾਰ ਕਰਨੀ ਚਾਹੀਦੀ ਆ। ਇਹਦੇ ਜਿਹੜੇ ਲੰਬੇ ਜਿਹੜਾ ਅਸਰ ਪੰਜਾਬ ਦੇ ਪਰ ਪੈਣਾ, ਪੰਜਾਬ ਦੀ ਨੌਜਵਾਨੀ ਪਰ ਪੈਣਾ, ਪੰਜਾਬ ਦੇ ਲੋਕਾਂ ਪਰ ਪੈਣਾ, ਉਹ ਦੇਖਣ ਦੀ ਜ਼ਰੂਰਤ ਆ। ਇਹ ਜਿਹੜਾ ਮੈਨੂੰ ਲੱਗ ਰਿਹਾ ਕਿ ਜਿਹੜਾ ਇਹ ਫੈਸਲਾ ਆਇਆ ਹੈ ਇਹਦੇ ਨਾਲ ਜਿਹੜੀ BSF ਨੂੰ ਵੱਡੇ ਅਧਿਕਾਰ ਮਿਲਣਗੇ। ਇਹਦੇ ਨਾਲ ਪੰਜਾਬ ਦੇ ਜਿਹੜੀ ਨੌਜਵਾਨੀ ਆ, ਕਿਰਸਾਨੀ ਆ ਜਾਂ ਪੰਜਾਬ ਦੇ ਲੋਕ ਆ, ਉਹਦਾ ਵੱਡਾ ਨੁਕਸਾਨ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ। ਹਾਂਜੀ ਸਰ, ਕੇਂਦਰ ਸਰਕਾਰ ਦੀ ਗੱਲ ਚੱਲ ਰਹੀ ਹੈ ਤਾਂ ਪਿਛਲੇ ਕੁਝ ਸਾਲਾਂ ਤੋਂ ਵੇਖਿਆ ਜਾਵੇ ਤਾਂ ਕੇਂਦਰ ਸਰਕਾਰ ਜੋ ਕਾਰਗੁਜ਼ਾਰੀ ਆ ਉਹ ਐਡਵਰਟੀਜ਼ਮੈਂਟ ਤੱਕ ਹੀ ਰਹਿ ਗਈ ਹੈ। ਆਪਾਂ ਵੇਖਿਆ ਜਾਵੇ ਜਿੱਥੇ ਵੀ ਕੋਈ ਥੋੜ੍ਹਾ ਜਿਹਾ ਪੋਜ਼ਿਟਿਵ ਹੁੰਦਾ ਉਸ ਨੂੰ ਚੱਕ ਕੇ ਉਹ ਮਸ਼ਹੂਰੀ ਕਰਨ ਲੱਗ ਜਾਂਦੇ ਨੇ, ਪਰ ਜੋ ਨੈਗੇਟਿਵ ਚੀਜ਼ਾਂ ਨੇ ਉਹ ਕਦੀ ਵੀ ਨਹੀਂ ਦਿਖਾਉਂਦੇ। ਜਿਵੇਂ ਕਿ ਹੁਣ ਕੱਲ੍ਹ IMF ਦੀ ਰਿਪੋਰਟ ਆਈ ਜਿਸ 'ਚ ਦੱਸਿਆ ਗਿਆ ਕਿ 2022 ਦੇ ਵਿੱਚ ਜੋ ਇੰਡੀਆ ਦੀ ਇਕਨੋਮੀ ਆ ਉਹ ਗਰੋਥ ਕਰੇਗੀ ਤੇ ਚਾਈਨਾ ਨੂੰ ਕੱਢ ਦੇਗੀ। ਪਰ ਉਸ ਤੋਂ ਇਲਾਵਾ ਜਿਵੇਂ ਪਾਸਪੋਰਟ ਨਾਲ ਜੁੜੇ ਮੁੱਦੇ ਨੇ ਜਾਂ ਜਰਨਲਿਜ਼ਮ ਦੀ ਜੋ ਰੈਂਕਿੰਗ ਆ, ਇਹੋ ਜਿਹੀਆਂ ਚੀਜ਼ਾਂ ਬਾਰੇ ਕਦੀ ਵੀ ਆਪਣੇ ਨਾ ਨੈਸ਼ਨਲ ਮੀਡੀਆ 'ਚ ਗੱਲ ਹੁੰਦੀ ਹੈ, ਨਾ ਹੀ ਕੇਂਦਰ ਸਰਕਾਰ ਵੱਲੋਂ ਕੁਝ ਕਿਹਾ ਜਾਂਦਾ। ਤਾਂ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ? ਦੇਖੋ ਜਸਵੀਰ, ਇਹ ਗੱਲ ਠੀਕ ਹੈ ਕਿ ਸਰਕਾਰਾਂ ਜਿਹੜੀਆਂ ਕੋਈ ਵੀ ਚਾਹੇ ਭਾਰਤ ਸਰਕਾਰ ਹੋਵੇ ਚਾਹੇ ਸੂਬਿਆਂ ਦੀ ਸਰਕਾਰਾਂ ਹੋਵੇ, ਜਦੋਂ ਵੋਟਾਂ ਹੁੰਦੀਆਂ ਜਾਂ ਲੋਕਾਂ ਦੀਆਂ ਹਮਦਰਦੀ ਲੈਣੀ ਹੁੰਦੀਆਂ, ਵੋਟਾਂ ਲੈਣੀਆਂ, ਉਹ ਕਹਿੰਦੀਆਂ ਕੁਝ ਨੇ ਕਰਦੀਆਂ ਕੁਝ ਨੇ। ਦਿਖਾਵਾ ਤੁਹਾਨੂੰ ਬਹੁਤ ਕੁਝ ਦਿਖਾਇਆ ਜਾਂਦਾ ਕਿ ਅਸੀਂ ਇਹ ਚੀਜ਼ ਕਰਦੇ ਆ, ਅੰਕੜੇ ਹੋਰ ਤਰ੍ਹਾਂ ਦੇ ਪੇਸ਼ ਕੀਤੇ ਜਾਂਦੇ ਆ, ਪਰ ਜਿਹੜੀ ਰਿਐਲਿਟੀ ਆ ਉਹ ਗਰਾਊਂਡ ਰਿਐਲਿਟੀ ਆ ਕੁਝ ਹੋਰ ਤਰ੍ਹਾਂ ਦੀ ਹੁੰਦੀ ਆ। ਅੰਕੜੇ ਕਦੇ ਵੀ ਪੂਰੇ ਨਹੀਂ ਹੁੰਦੇ। ਹੁਣ ਜਿਵੇਂ ਤੁਸੀਂ ਵੱਖ-ਵੱਖ ਰਿਪੋਰਟਾਂ ਦੀ ਗੱਲ ਕੀਤੀ ਹੈ, ਇੱਕ ਅਜਿਹੀ ਰਿਪੋਰਟ ਵੀ ਆਈ ਆ ਕਿ ਪੰਜਾਬ ਆ ਜਿਹੜਾ ਪੂਰੇ ਭਾਰਤ ਵਿੱਚ ਸਭ ਨਾਲੋਂ ਫੱਡ ਹੀ ਰਿਹਾ ਫੋਰੈਸਟ ਦੇ ਮਾਮਲੇ ਵਿੱਚ ਲੈ ਕੇ, ਜਦ ਕਿ ਸਾਡੀ ਸਰਕਾਰ ਆ ਜਿਹੜੀ ਸਾਬਕਾ ਜਿਹੜੇ ਫੋਰੈਸਟ ਮਿਨਿਸਟਰ ਸਾਧੂ ਸਿੰਘ ਧਰਮਸੋਤ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਸਾਲਾਂ ਤੋਂ ਇਹੀ ਦਾਅਵੇ ਕਰਦੇ ਰਹੇ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੇ ਪੌਦੇ ਲਾਏ ਜਾ ਰਹੇ ਆ, ਪੰਜਾਬ ਦੇ ਜਿਹੜੇ ਜੰਗਲ ਆ ਉਹ ਬਚਾਏ ਜਾ ਰਹੇ ਆ, ਜੰਗਲ ਅਧੀਨ ਜਿਹੜਾ ਰਕਬਾ ਜਿਹੜਾ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਤਾਂ ਉਹ ਉਹਨਾਂ ਨੇ ਛਡਾਇਆ। ਇਹ ਸਾਧੂ ਸਿੰਘ ਧਰਮਸੋਤ ਆ ਜਿਹੜੇ ਦਾਅਵੇ ਕਰਦੇ ਰਹੇ ਨੇ। ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਆਇਆ, ਠੀਕ ਆ, ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਜਨਮ ਉਤਸਵ ਆਏ ਨੇ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਏ, ਇਹਨਾਂ ਦੇ ਸਮੇਂ ਮੌਕਿਆਂ 'ਤੇ ਵੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਿਹੜੇ ਮੁਫਤ ਬੂਟੇ ਵੰਡੇ ਗਏ ਤੇ ਹਰ ਜਿਹੜੇ ਲਵਾਏ ਗਏ। ਇਸੇ ਤਰ੍ਹਾਂ ਜਿਹੜੇ ਸਾਬਕਾ ਕੇਂਦਰੀ ਮੰਤਰੀ ਆ ਬੀਬਾ ਹਰਸਿਮਰਤ ਕੌਰ ਬਾਦਲ ਆ, ਉਹਨਾਂ ਨੇ ਵੀ ਨੰਨੀ ਛਾਂ ਦੇ ਨਾਂ ਹੇਠਾਂ ਜਿਹੜਾ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ, ਖਾਸ ਕਰਕੇ ਜਿਹੜੇ ਜਿੰਨੇ ਧਾਰਮਿਕ ਸਥਾਨ ਨੇ। ਫਿਰ ਉਹ ਬੂਟੇ ਲੱਗ ਕਿੱਥੇ ਰਹੇ ਨੇ? ਜੇਕਰ ਇੰਨੇ ਵੱਡੇ ਪੱਧਰ 'ਤੇ ਬੂਟੇ ਵੰਡੇ ਜਾਂਦੇ ਨੇ, ਸਰਕਾਰਾਂ ਵੀ ਆਪਣੇ ਯਤਨ ਕਰਦੀਆਂ, ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਕਹਿ ਰਹੀਆਂ ਕਿ ਅਸੀਂ ਪੋਲੂਸ਼ਨ ਨੂੰ ਘਟਾਉਣ ਵਾਸਤੇ, ਪ੍ਰਦੂਸ਼ਣ ਨੂੰ ਘਟਾਉਣ ਵਾਸਤੇ, ਵਾਤਾਵਰਨ ਨੂੰ ਸਾਫ਼ ਰੱਖਣ ਵਾਸਤੇ ਥਾਂ ਬੂਟੇ ਲਾ ਰਹੇ ਨੇ, ਫਿਰ ਉਹ ਕਿੱਥੇ ਗਏ ਨੇ? ਕਿਤੇ ਨਾ ਕਿਤੇ ਇਹ ਵੱਡਾ ਘਪਲਾ ਹੋ ਰਿਹਾ ਹੈ। ਉਹੀ ਗੱਲ ਆ ਕਿ ਦਿਖਾਉਣ ਨੂੰ ਕੁਝ ਹੋਰ ਹੁੰਦਾ, ਰਿਐਲਿਟੀ ਆ ਜਿਹੜੀ ਕੁਝ ਹੋਰ ਹੁੰਦੀ ਆ। ਹਾਥੀ ਦੇ ਦੰਦ ਖਾਣ ਦੇ ਹੋਰ ਨੇ, ਦਿਖਾਉਣ ਦੇ ਹੋਰ ਨੇ, ਰਿਐਲਿਟੀ ਕੁਝ ਹੋਰ ਹੁੰਦੀ ਹੈ, ਦਿਖਾਇਆ ਕੁਝ ਹੋਰ ਜਾਂਦਾ ਹੈ। ਹਾਂ ਸਰ, ਆਪਣਾ ਇੱਕ ਵਾਅਦਾ ਇਹਨਾਂ ਨੇ 2017 ਦੀਆਂ ਜੋ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਸ ਤੋਂ ਪਹਿਲਾਂ ਵੀ ਕੀਤਾ ਸੀ ਬੇਰੁਜ਼ਗਾਰੀ ਭੱਤੇ ਦਾ, ਕਿ ਜੋ ਬੇਰੁਜ਼ਗਾਰ ਨੌਜਵਾਨ ਨੇ ਪੰਜਾਬ 'ਚ ਉਹਨੂੰ 2500 ਰੁਪਈਆ ਜਿਹੜਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਊਗਾ। ਪਰ ਜੇਕਰ ਉਸ ਦੀ ਰਿਐਲਿਟੀ ਦੀ ਗੱਲ ਕਰੀਏ ਤਾਂ ਹਜੇ ਤੱਕ 351 ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਮਿਲਿਆ, ਉਹ ਵੀ 251 ਰੁਪਈਏ, ਤੇ ਤੁਸੀਂ 250 ਰੁਪਈਏ। ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜਸਵੀਰ, ਜਦੋਂ 2017 ਦੀਆਂ ਚੋਣਾਂ ਸੀਗੀਆਂ ਤਾਂ ਉਦੋਂ ਜਿਹੜੇ ਕਾਂਗਰਸ ਦੇ ਪ੍ਰਧਾਨ ਸੀਗੇ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ
ਖਾਸ ਕਰਕੇ ਜਿਹੜੇ ਮਨਪ੍ਰੀਤ ਬਾਦਲ ਹੋਰਾਂ ਨੇ ਜਿਨ੍ਹਾਂ ਨੇ ਚੋਣ ਮੈਨੀਫੈਸਟੋ ਬਣਾਇਆ ਸੀਗਾ, ਉਹਦੇ 'ਚ ਇੱਕ ਵਾਅਦਾ ਕੀਤਾ ਸੀਗਾ ਕਿ ਅਸੀਂ 5 ਸਾਲਾਂ ਦੀ ਟਰਮ ਦੌਰਾਨ ਘਰ ਘਰ ਰੁਜ਼ਗਾਰ ਦੇਵਾਂਗੇ, ਜਾਣੀ ਹਰੇਕ ਫੈਮਿਲੀ 'ਚੋਂ ਇੱਕ ਬੱਚੇ ਨੂੰ ਰੁਜ਼ਗਾਰ ਦੇਵਾਂਗੇ। ਇਹ ਉਹਨਾਂ ਦਾ ਜਿਹੜਾ ਲਿਖਤੀ ਵਾਅਦਾ ਹੈ। ਤੇ ਨਾਲ ਦੀ ਨਾਲ ਵੀ ਜੇਕਰ ਇਹ ਵਾਅਦਾ ਰੁਜ਼ਗਾਰ ਨਹੀਂ ਮਿਲਦਾ ਤਾਂ 2500 ਰੁਪਈਆ ਹਰੇਕ ਜਿਹੜਾ ਬੇਰੁਜ਼ਗਾਰ ਹੋਊਗਾ ਉਹਨੂੰ 2500 ਰੁਪਈਆ ਪਰ ਮੰਥ ਦਾ ਜਿਹੜਾ ਬੇਰੁਜ਼ਗਾਰੀ ਭੱਤਾ ਜਿਹੜਾ ਉਹ ਦਿੱਤਾ ਜਾਊਗਾ। 4.5 ਸਾਲ ਦਾ ਸਮਾਂ ਨਿਕਲ ਗਿਆ, ਇਹਦੇ ਵਿੱਚ ਹਜੇ ਤੱਕ ਸਿੰਗਲ ਬੇਰੁਜ਼ਗਾਰ ਨੂੰ ਵੀ 2500 ਰੁਪਏ ਦਾ ਜਿਹੜਾ ਭੱਤਾ ਉਹ ਜਿਹੜੀ ਪੰਜਾਬ ਸਰਕਾਰ ਆ ਉਹ ਅਦਾ ਨਹੀਂ ਕਰ ਚੁੱਕੀ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ ਰੁਜ਼ਗਾਰ ਉਤਪਤੀ ਵਿਭਾਗ ਆ ਉਹ ਜਿਹੜੀ ਬੇਰੁਜ਼ਗਾਰਾਂ ਦੀ ਕਿੰਨੀ ਸੰਖਿਆ ਹੈ ਉਹ ਸੰਖਿਆ ਵੀ ਦੇਣ ਤੋਂ ਭੱਜ ਰਿਹਾ ਹੈ ਕਿ ਵਿਦਿਆਰਥੀ ਬੇਰੁਜ਼ਗਾਰਾਂ ਦੀ ਸੰਖਿਆ ਜਿਹੜੀ ਉਹ ਵੀ ਨਹੀਂ ਦੱਸ ਰਹੀ। ਉਹਨੂੰ ਬਾਰੇ ਕਿਹਾ ਜਾ ਰਿਹਾ ਕਿ ਇਹ ਬਹੁਤ ਲੰਬਾ ਚੌੜਾ ਜਿਹੜਾ ਡਾਟਾ ਹੈ ਇਹ ਦਿੱਤਾ ਨਹੀਂ ਜਾ ਸਕਦਾ ਤੇ ਨੌਜਵਾਨਾਂ ਦਾ ਬੇਰੁਜ਼ਗਾਰ ਦਾ ਇਹ ਨਿੱਜੀ ਡਾਟਾ ਦੇ, ਜਦ ਕਿ ਨਿੱਜੀ ਡਾਟੇ ਵਾਲੀ ਕੋਈ ਗੱਲ ਨਹੀਂ। ਸਰਕਾਰ ਵੱਲੋਂ ਪਿਛਲੇ ਕਾਫੀ ਅਰਸੇ ਤੋਂ ਜਿਹੜਾ 250 ਰੁਪਏ ਦਾ ਬੇਰੁਜ਼ਗਾਰੀ ਭੱਤਾ ਹੈ ਉਹ ਲੰਬੇ ਸਮੇਂ ਤੋਂ ਉਹੀ ਦਿੱਤਾ ਜਾ ਰਿਹਾ। ਉਹ ਵੀ ਤੁਸੀਂ ਜਿਵੇਂ ਦੱਸਿਆ ਕਿ 350 ਜਿਹੜੇ 351 ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ 250 ਰੁਪਏ ਦੇ ਪ੍ਰਤੀ ਹਿਸਾਬ ਦੇ ਨਾਲ ਜਿਹੜਾ ਇਹ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ। ਮੁੱਖ ਮੰਤਰੀ ਤੇ ਜਿਹੜੇ ਸਾਬਕਾ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਉਹਨਾਂ ਦੇ ਹਲਕਿਆਂ ਵਿੱਚ ਤਾਂ 12 ਜਿਹੜੇ ਉਹ ਬੇਰੁਜ਼ਗਾਰ ਜਾਂ 20 ਉਹ ਤਾਂ ਮਿਲ ਚੁੱਕੇ ਆ, ਪਰ ਜਿਹੜੇ ਹੁਣ ਦੇ ਮੁੱਖ ਮੰਤਰੀ ਨੇ ਜਿਹੜੇ ਉਦੋਂ ਰੁਜ਼ਗਾਰ ਉਤਪਤੀ ਜਿਹੜੇ ਵਿਭਾਗ ਦੇ ਮੰਤਰੀ ਸੀਗੇ ਜਿਹੜੇ ਕਹਿ ਰਹੇ ਆ ਵੀ ਘਰ ਘਰ ਰੁਜ਼ਗਾਰ ਦਿੱਤਾ ਜਾਊਗਾ, ਜਿਹੜੇ ਇਸ ਪਾਸੇ ਨੂੰ ਲੈ ਕੇ ਯੋਜਨਾ ਬਣਾਉਂਦੇ ਰਹੇ ਨੇ ਤੇ ਬਕਾਇਦਾ ਉਹਨਾਂ ਨੇ ਜਿਹੜੇ ਜੌਬ ਮੇਲੇ ਵੀ ਕਰਾਏ ਨੇ, ਉਹ ਆਪਣੇ ਇਹ 4.5 ਸਾਲ ਦੇ ਕਾਰਜਕਾਲ ਦੌਰਾਨ ਆਪਣੇ ਜ਼ਿਲ੍ਹੇ ਦੇ ਵਿੱਚ ਰੂਪਨਗਰ ਦੇ ਵਿੱਚ ਕਿਸੇ ਸਿੰਗਲ ਬੱਚੇ ਨੂੰ ਵੀ, ਸਿੰਗਲ ਵਿਦਿਆਰਥੀ ਨੂੰ ਵੀ, ਸਿੰਗਲ ਬੇਰੁਜ਼ਗਾਰ ਨੂੰ ਵੀ 250 ਰੁਪਏ ਦਾ ਬੇਰੁਜ਼ਗਾਰ ਭੱਤਾ ਨਹੀਂ ਦਵਾ ਸਕੇ। ਜਿਸ ਨਾਲ ਜਿਹੜੇ ਇਹ ਸਾਡੇ ਮਨਪ੍ਰੀਤ ਬਾਦਲ ਵਿੱਤ ਮੰਤਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਮੁੱਖ ਮੰਤਰੀ ਜਿਹੜੇ ਸਾਬਕਾ ਰੁਜ਼ਗਾਰ ਵਿਭਾਗ ਦੇ ਮੰਤਰੀ ਰਹੇ ਨੇ, ਉਹਨਾਂ ਦੀ ਕਿਤੇ ਨਾ ਕਿਤੇ ਕਿਸਾਨਾਂ ਪ੍ਰਤੀ ਜਿਹੜੀ ਬੇਰੁਜ਼ਗਾਰਾਂ ਪ੍ਰਤੀ ਜਿਹੜੀ ਸੋਚ ਆ ਉਹ ਸਾਹਮਣੇ ਆਉਂਦੀ ਆ ਕਿ ਇਹ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਨੇ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਜਿਹੜਾ 2500 ਰੁਪਏ ਦਾ ਜਿਹੜਾ ਭੱਤਾ ਉਹ ਦੇ ਨਹੀਂ ਸਕੇ, ਜਦ ਕਿ ਜਿਹੜਾ 250 ਰੁਪਇਆ ਬਣਦਾ ਸੀਗਾ ਉਹ ਵੀ ਬੇਰੁਜ਼ਗਾਰਾਂ ਨੂੰ ਜਿਹੜਾ ਇਹਨਾਂ ਕੋਲ ਨਾਮ ਦਰਜ ਨੇ ਇਹਨਾਂ ਦੀਆਂ ਜਿਹੜੀਆਂ ਰੁਜ਼ਗਾਰ ਜਨਰੇਸ਼ਨ ਵਿਭਾਗ ਦੇ ਵਿੱਚ ਜਿਹੜੀਆਂ ਐਕਸਚੇਂਜਾਂ ਨੇ ਉੱਥੇ ਵੀ ਜਿਹੜੇ ਇਹਨਾਂ ਕੋਲ ਦਰਜ ਨੇ ਬੇਰੁਜ਼ਗਾਰਾਂ ਦਾ, ਉਹਨਾਂ ਨੂੰ 250 ਰੁਪਈਆ ਪਰ ਮੰਥ ਨਿਰੰਤਰ ਆ ਜਿਹੜਾ ਉਹ ਵੀ ਕਿਸੇ ਨੂੰ ਮੁਹੱਈਆ ਨਹੀਂ ਕਰਵਾ ਸਕੇ। ਜਿਸ ਕਰਕੇ ਜਿਹੜੀ ਬੇਰੁਜ਼ਗਾਰਾਂ ਦੀ ਦੌੜ ਆ, ਜਿਹੜੀ ਬੇਰੁਜ਼ਗਾਰਾਂ ਦੀ ਭੀੜ ਆ ਉਹ ਲਗਾਤਾਰ ਆ ਜਿਹੜੀ ਵੱਧਦੀ ਜਾ ਰਹੀ ਆ। ਇਸ ਕਰਕੇ ਸਰਕਾਰਾਂ ਨੂੰ ਉਹ ਅਜਿਹੇ ਕਦਮ ਆ ਜਿਹੜੇ ਪੁੱਟਣੇ ਚਾਹੀਦੇ ਆ ਜਿਹਦੇ ਨਾਲ ਜਿਹੜੇ ਵਾਅਦੇ ਆ ਉਹ ਪੂਰੇ ਹੋ ਸਕੇ। ਜਿਵੇਂ ਤੁਸੀਂ ਪਹਿਲਾਂ ਕਿ ਸਵਾਲ ਕਰਕੇ ਹਟੇ ਨੇ ਵੀ ਕੇਂਦਰ ਸਰਕਾਰਾਂ ਡਾਟੇ ਹੋਰ ਪੇਸ਼ ਕੀਤੇ ਜਾਂਦੇ ਦਿਖਾਇਆ ਹੋਰ, ਅਸਲੀਅਤ ਇਹੀ ਹੈ ਕਿ ਸਰਕਾਰਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ, ਵੋਟਾਂ ਨੇੜੇ ਹੁੰਦੀਆਂ ਤਾਂ ਇਹ ਸਾਰਿਆਂ ਨੂੰ ਸਬਜ਼-ਪੱਗ ਦਿਖਾਉਂਦੇ ਨੇ, ਸਬਜ਼-ਪੱਗ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਲੋਕ ਆ ਜਿਹੜੇ ਭੋਲੇ ਭਾਲੇ ਕਿਤੇ ਨਾ ਕਿਤੇ ਇਹਦੀਆਂ ਗੱਲਾਂ ਦੇ ਵਿੱਚ ਆ ਜਾਂਦੇ, ਇਹਨਾਂ ਪਰ ਭਰੋਸਾ ਕਰਦੇ ਨੇ। ਜਦ ਇਹਨਾਂ ਪਰ ਭਰੋਸਾ ਕਰਦੇ ਨੇ, ਇਸ ਜਦੋਂ ਸਰਕਾਰ ਬਣ ਜਾਂਦੀ ਆ ਫਿਰ ਉਹਨਾਂ ਸਾਰਿਆਂ ਨਾਲੋਂ ਪਾਸਾ ਪਲਟ ਜਾਂਦੇ ਨੇ। ਹੁਣ ਭਾਵੇਂ ਕਿ ਮੇਰਾ ਮਾਣ ਜਿਹੜਾ ਮੇਰਾ ਰੁਜ਼ਗਾਰ ਮੇਰਾ ਮਾਣ ਇੱਦਾਂ ਦੀ ਜਿਹੜੀ ਇੱਕ ਸਕੀਮ ਆ ਮੇਰਾ ਮਾਣ ਇਹਨਾਂ ਨੇ ਪੰਜਾਬ ਦੀ ਸਰਕਾਰ ਨੇ ਸ਼ੁਰੂ ਕੀਤੀ ਆ, ਉਸ ਦੇ ਤਹਿਤ ਕਦੋਂ ਤੇ ਕਿਵੇਂ ਕਿੰਨੇ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਭੱਤਾ ਮਿਲੂਗਾ ਇਹ ਆਉਣ ਵਾਲੀ ਗੱਲ ਹੋਊਗੀ। ਦੇਖੋ ਹੁਣ ਅਕਤੂਬਰ ਮਹੀਨਾ ਚੱਲ ਰਿਹਾ, ਨਵੰਬਰ, ਦਸੰਬਰ, ਜਨਵਰੀ, ਫਰਵਰੀ ਮਹੀਨੇ 4 ਰਹਿ ਗਏ ਸਰਕਾਰ ਦੇ। 4 ਮਹੀਨਿਆਂ ਦੇ ਵਿੱਚ ਸਰਕਾਰ ਕਿੰਨੇ ਬੇਰੁਜ਼ਗਾਰਾਂ ਨੂੰ 2500 ਰੁਪਇਆ ਪਰ ਮੰਥ ਭੱਤਾ ਦੇਣ ਵਿੱਚ ਕਾਮਯਾਬ ਹੋਏਗੀ ਇਹ ਦੇਖਣ ਵਾਲੀ ਗੱਲ ਹੋਏਗੀ। ਪਰ ਲੱਗ ਨਹੀਂ ਰਿਹਾ ਕਿ ਸਰਕਾਰ ਬੇਰੁਜ਼ਗਾਰਾਂ ਦੀ ਬਾਂਹ ਫੜੇਗੀ। ਜਿਵੇਂ ਡਾਟੇ ਆ ਭਾਵੇਂ ਬਹੁਤ ਜ਼ਿਆਦਾ ਪੇਸ਼ ਕੀਤੇ ਜਾ ਰਹੇ ਆ, ਇਹ ਤਾਂ ਲੱਖਾਂ ਦੀ ਗਿਣਤੀ 'ਚ ਦੱਸਦੇ ਆ ਕਿ ਅਸੀਂ ਰੁਜ਼ਗਾਰ ਮੁਹੱਈਆ ਕਰਵਾ ਦਿੱਤਾ, ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਾਬਕਾ ਆਪਣੇ ਮੁੱਖ ਸਕੱਤਰ ਨੇ ਬਿੰਨੀ ਮਹਾਜਨ, ਉਹਨਾਂ ਨੇ ਇੱਕ ਪ੍ਰੈਸ ਬਿਆਨ ਆ ਜਿਹੜਾ ਭੇਜਿਆ ਦਾ, ਜਿਹਦੇ ਮੁਤਾਬਕ 67,000 ਦੇ ਕਰੀਬ ਜਿਹੜੀ ਕਿ ਸਰਕਾਰੀ ਨੌਕਰੀ ਆ, 70,000 ਤੁਸੀਂ ਮੰਨ ਲਓ, ਇਹ ਤੋਂ ਵੱਧ ਪੰਜਾਬ ਸਰਕਾਰ ਆ ਜਿਹੜੀ 3 ਸਾਲਾਂ ਦੇ ਵਿੱਚ ਸਰਕਾਰੀ ਨੌਕਰੀ ਆ ਜਿਹੜੀ ਉਹ ਲੋਕਾਂ ਨੂੰ ਦੇ ਸਕੇ ਆ। ਜਦ ਕਿ ਲੋਕਡਾਊਨ ਲੱਗਿਆ ਰਿਹਾ 2 ਸਾਲ, 2 ਸਾਲਾਂ ਦੇ ਵਿੱਚ ਲੋਕਡਾਊਨ ਦੇ ਦੌਰਾਨ ਕਰੋਨਾ ਜਿਹੜਾ ਪੀਰੀਅਡ ਚੱਲਿਆ 2 ਸਾਲ, ਪਿਛਲਾ ਸਾਲ ਤੇ ਇਹ ਸਾਲ, ਇਹ ਸਾਲਾਂ ਦੇ ਵਿੱਚ ਸਰਕਾਰ ਨੇ ਜਿਹੜੇ ਕਿਸੇ ਵੀ ਪੰਜਾਬ ਦੇ ਕਿਸੇ ਵੀ ਬੇਰੁਜ਼ਗਾਰ ਨੂੰ 250 ਰੁਪਇਆ ਭੱਤਾ ਨਹੀਂ ਦਿੱਤਾ ਹੈਗਾ। ਜਿਹੜੇ ਉਹ 300 ਦੀ ਤੁਸੀਂ ਫਿਗਰ ਦੱਸ ਰਿਹਾ ਉਹ ਵੀ ਪਿਛਲੇ 2 ਸਾਲਾਂ ਦੇ 17, 18, 18, 19 ਦੀ, ਠੀਕ ਆ। 19, 20 ਤੇ 20, 21 ਦੇ ਵਿੱਚ ਤਾਂ ਫਿਰ ਇਹ ਜਿਹੜਾ ਲੋਕਡਾਊਨ ਲੱਗਿਆ ਕਰੋਨਾ ਦਾ ਸਿਸਟਮ ਹੈ, ਇਹਦੇ ਵਿੱਚ ਸਰਕਾਰ ਨੇ ਕਿਸੇ ਬੇਰੁਜ਼ਗਾਰ ਦੀ ਬਾਂਹ ਨਹੀਂ ਫੜੀ। ਜਦ ਕਿ ਇਹਦੇ ਦੂਜੇ ਪਾਸੇ
ਜਿਹੜੇ ਸ਼ਰਾਬ ਦੇ ਵਪਾਰੀ ਤੇ ਉਹਨਾਂ ਦਾ ਜਿਹੜੀਆਂ ਕਿਸ਼ਤਾਂ ਤੀਆਂ ਟੈਕਸ ਦਾ ਉਹ ਮਾਫ ਕਰ ਦਿੱਤਾ ਗਿਆ। ਬੱਸਾਂ ਦੇ ਜਿਹੜੇ ਪ੍ਰਾਈਵੇਟ ਨਿੱਜੀ ਟਰਾਂਸਪੋਰਟਰ ਤੇ ਉਹਨਾਂ ਨੂੰ ਰਾਹਤ ਦਿੱਤੀ ਗਈ, ਉਹਨਾਂ ਦਾ ਕੁਝ ਟੈਕਸ ਮਾਫ ਕੀਤਾ ਗਿਆ, ਕੁਝ ਉਹਨਾਂ ਨੇ ਅੱਗੇ ਉਹਨਾਂ ਦੀ ਜਿਹੜੀ ਸਮਾਂ ਸੀਮਾ ਸੀਗੀ ਉਹ ਵਧਾ ਦਿੱਤੀ ਗਈ। ਹੋਰ ਵਰਗਾਂ ਨੂੰ ਵੀ ਬਹੁਤ ਰਿਆਇਤ ਦਿੱਤੀ, ਪਰ ਨੌਜਵਾਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ। ਹਾਂਜੀ ਸਰ, ਆਪਣਾ ਜੋ ਮੁੱਖ ਮੰਤਰੀ ਨੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ, ਉਹਨਾਂ ਜਲੰਧਰ ਦੇ ਵਿੱਚ ਵਪਾਰੀਆਂ ਨਾਲ ਮੀਟਿੰਗ ਕੀਤੀ ਤੇ ਉੱਥੇ ਉਹਨਾਂ ਨੇ ਬਿਜਲੀ ਦੇ ਮੁੱਦਿਆਂ ਨੂੰ ਲੈ ਕੇ ਜਾਂ ਜੋ ਇੰਸਪੈਕਟਰੀ ਰਾਜ ਹੈ ਇਹੋ ਜਿਹੇ ਕੁਝ ਅਹਿਮ ਮੁੱਦਿਆਂ ਨੂੰ ਲੈ ਕੇ 10 ਵੱਡੇ ਵਾਅਦੇ ਕਰਤੇ। ਤਾਂ ਤੁਹਾਨੂੰ ਕੀ ਲੱਗਦਾ ਕੋਈ ਇਹਨਾਂ ਵਾਅਦਿਆਂ ਤੇ ਖਰਾ ਉੱਤਰ ਪਾਉਣਗੇ? ਦੇਖੋ ਗੱਲ ਫਿਰ ਜਸਵੀਰ ਉੱਥੇ ਹੀ ਆ ਗਈ ਕਿ ਅਗਲੇ ਵਰੇ ਫਰਵਰੀ ਦੇ ਵਿੱਚ ਮਾਰਚ ਦੇ ਵਿੱਚ ਚੋਣਾਂ ਹੋਣੀਆਂ ਪੰਜਾਬ ਦੀਆਂ। ਇਹ ਸਾਰਾ ਕੁਝ ਚੋਣਾਂ ਨੂੰ ਧਿਆਨ 'ਚ ਰੱਖ ਕੇ, ਵੋਟਾਂ ਨੂੰ ਧਿਆਨ 'ਚ ਰੱਖ ਕੇ ਉਹ ਫੋਕਸ ਕਰਕੇ ਜਿਹੜੇ ਵਾਅਦੇ ਕੀਤੇ ਜਾ ਰਹੇ ਆ। ਪਹਿਲਾਂ ਕੇਜਰੀਵਾਲ ਪਹਿਲੀ ਵਾਰੀ ਜਦੋਂ ਚੰਡੀਗੜ੍ਹ ਆਉਂਦੇ ਨੇ ਤਾਂ ਇਹ 300 ਯੂਨਿਟ ਹਰੇਕ 2 ਕਿਲੋਵਾਟ ਤੱਕ ਦੇ ਹਰੇਕ ਪਰਿਵਾਰ ਨੂੰ 300 ਯੂਨਿਟ ਬਿਜਲੀ ਦਾ ਮੁਫਤ ਦੇਣ ਦਾ ਵਾਅਦਾ ਕਰਕੇ ਗਏ। ਤੇ ਦੂਜੀ ਵਾਰੀ ਆਉਂਦੇ ਆ ਤਾਂ ਜਿਹੜਾ ਇਹ ਵਾਅਦਾ ਕਰਕੇ ਗਿਆ ਕਿ ਅਸੀਂ ਜਿਹੜਾ ਰੁਜ਼ਗਾਰ ਆ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਠੀਕ ਆ, ਹੁਣ ਜਦੋਂ ਇਹ ਆਉਂਦੇ ਨੇ ਪਿਛਲੇ ਤਰ੍ਹਾਂ ਵਪਾਰੀਆਂ ਨੂੰ ਪਿਛਲੀ ਮੀਟਿੰਗ ਦੇ ਵਿੱਚ ਆਏ ਸੀਗੇ, ਪਿੱਛੇ ਵੀ ਵਪਾਰੀਆਂ ਨਾਲ ਮੀਟਿੰਗ ਕਰਕੇ ਹੁਣ ਵੀ ਵਪਾਰੀਆਂ ਨਾਲ ਇਹ ਗੱਲ ਕਰਕੇ ਆਏ, ਕਿਉਂਕਿ ਸੂਬੇ ਦੇ ਵਿੱਚ ਵੱਡਾ ਵਪਾਰੀ ਵਰਗ ਵੀ ਹੈਗਾ ਕਿ ਉਹਨਾਂ ਦੀ ਗੱਲ ਆ ਜਿਹੜੀ ਸੁਣੀ ਨਹੀਂ ਜਾ ਰਹੀ। ਉਹਨਾਂ ਪਰ ਤਰ੍ਹਾਂ ਦੇ ਟੈਕਸ ਲਾਏ ਜਾਂਦੇ ਨੇ। ਜਿਹੜਾ ਇੰਸਪੈਕਟਰੀ ਰਾਜ ਆ ਉਹ ਤੋਂ ਜਿਹੜੇ ਵਪਾਰੀ ਆ ਬਹੁਤ ਦੁਖੀ ਨੇ। ਤਰ੍ਹਾਂ ਦੇ ਜਿਹੜੇ ਟੈਕਸ ਲੱਗੇ ਹੋਏ ਨੇ ਕਿ ਕੋਈ ਨਾ ਕੋਈ ਵਪਾਰ ਦੇ ਵਿੱਚ ਕੋਈ ਲਿਖਾ ਪੜ੍ਹੀ ਦੇ ਵਿੱਚ ਕੋਈ ਨਾ ਕੋਈ ਖਾਮੀ ਆ ਜਿਹੜੀ ਉਹ ਰਹਿ ਜਾਂਦੀ ਆ। ਤਾਂ ਜਿਹੜੇ ਵਿਭਾਗਾਂ ਦੇ ਇੰਸਪੈਕਟਰ ਆ ਉਹ ਆ ਕੇ ਕੋਈ ਨਾ ਕੋਈ ਅਫਸਰ ਆ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ। ਜਿਹੜਾ ਉਹਨੂੰ ਕਰਕੇ ਇਸ ਕਰਕੇ ਉਹਨਾਂ ਨੂੰ ਇੰਸਪੈਕਟਰੀ ਰਾਜ ਆ ਜਿਹੜਾ ਉਹ ਕਿਹਾ ਜਾਂਦਾ ਕਿ ਕੋਈ ਵੀ ਜਿਹੜਾ ਇੰਸਪੈਕਟਰ ਆ ਕੇ ਕਿਸੇ ਦੀ ਦੁਕਾਨ ਪਰ, ਕਿਸੇ ਦੀ ਫੈਕਟਰੀ ਪਰ, ਕਿਸੇ ਦੇ ਉਦਯੋਗ ਪਰ ਕਿਤੇ ਵੀ ਆ ਕੇ ਕਿਸੇ ਤਰ੍ਹਾਂ ਦੀ ਛਾਪੇਮਾਰੀ ਨਹੀਂ ਕਰੂੰਗਾ ਕਿ ਜਿਹੜੇ ਟੈਕਸ ਦੇਣ ਦੀ ਜਿਹੜੀ ਪ੍ਰਕਿਰਿਆ ਉਹਨੂੰ ਹੋਰ ਆ ਜਿਹੜਾ ਸਰਲ ਬਣਾਇਆ ਜਾਊਗਾ। ਹੁਣ ਭਾਵੇਂ ਕਿ GST ਲਾਗੂ ਹੋ ਗਈ, ਇਹ ਕਿਹਾ ਜਾਂਦਾ ਸੀਗਾ ਕਿ GST ਲੱਗਣ ਨਾਲ ਜਿਹੜਾ ਟੈਕਸ ਆ ਉਹਦੀ ਚੋਰੀ ਆ ਜਿਹੜੀ ਬਚ ਜੂਗੀ, ਕਿ ਟੈਕਸ ਆ ਜਿਹੜੇ ਚੋਰੀ ਨਹੀਂ ਹੋਣਗੇ। ਆਪਣੇ ਆਪ ਹਰ ਚੀਜ਼ ਜਿੱਥੋਂ ਜਿਹੜਾ ਉਤਪਾਦਨ ਹੋਵੇਗਾ, ਵਪਾਰ ਦੇ ਵਿੱਚ ਕੋਈ ਚੀਜ਼ ਬਣੇਗੀ ਵੀ ਉੱਥੇ ਤੇ GST ਲੱਗ ਜਾਊਗਾ, ਉਹ ਕਿਸੇ ਨੂੰ ਚੋਰੀ ਨਹੀਂ ਹੋਊਗੀ। ਪਰ ਪਿਛਲੇ ਸਮੇਂ ਦੌਰਾਨ ਜਿਹੜਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਕਰ ਵਿਭਾਗ ਵੱਲੋਂ ਕਿੰਨੇ ਵੱਡੇ ਪੱਧਰ ਤੇ ਜਿਹੜੀਆਂ ਚੋਰੀ ਦੀਆਂ ਉਹ ਚੀਜ਼ਾਂ ਉਹ ਫੜੀਆਂ ਗਈਆਂ ਕਿ ਜਾਲੀ ਜਿਹੜੀਆਂ ਫਰਮਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਨਾਂ ਪਰ ਜਿਹੜਾ GST ਆ ਜਿਹੜਾ ਟੈਕਸ ਬਚਾਇਆ ਵੀ ਜਾ ਰਿਹਾ ਤਾਂ ਵਸੂਲਿਆ ਜਾਂਦਾ। ਕਰੋੜਾਂ ਰੁਪਏ ਦੀ ਜਿਹੜੀ ਫੰਡਿੰਗ ਆ, ਕਰੋੜਾਂ ਰੁਪਏ ਦਾ ਜਿਹੜਾ ਚੂਨਾ ਉਹ ਜਾਲੀ ਫਰਮਾਂ ਬਣਾ ਕੇ ਕੀਤਾ ਗਿਆ। ਕਿਤੇ ਨਾ ਕਿਤੇ ਜਿਹੜੇ ਲੋਕ ਆ ਜਾਂ ਵਪਾਰੀ ਆ ਅਜਿਹਾ ਜਿਹੜਾ ਹੱਲ ਆ ਉਹ ਫਿਰ ਲੱਭ ਲੈਂਦੇ ਨੇ ਤਾਂ ਕਿ ਜਿਹੜਾ ਟੈਕਸ ਆ ਉਹ ਬਚਾਇਆ ਜਾਵੇ। ਇਸੇ ਕਰਕੇ ਜਿਹੜੀ ਸਰਕਾਰ ਆ ਜਾਂ ਇੰਸਪੈਕਟਰ ਆ ਉਹ ਜਾ ਕੇ ਇਹਨਾਂ ਦੇ ਪਰ ਛਾਪੇਮਾਰੀ ਵੀ ਕਰਦੇ ਨੇ ਕਿਉਂਕਿ ਟੈਕਸ ਦੀ ਚੋਰੀ ਕਰਦੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ। ਹੁਣ ਇਹਨਾਂ ਨੇ ਆ ਕੇ ਕਈ ਤਰ੍ਹਾਂ ਦੇ ਵਾਅਦੇ ਆ ਜਿਹੜੇ ਵਪਾਰੀਆਂ ਨਾਲ ਕੀਤੇ ਨੇ। ਖਾਸ ਕਰਕੇ ਉਹਨਾਂ ਨੇ ਡਾਇਰੈਕਟਲੀ ਇਹੀ ਗੱਲ ਕਹਿਤੀ ਜਿਹਨੂੰ ਆਪਾਂ ਕਹਿੰਦੇ ਯਾਰ ਅਪੀਲੇ ਕਰ ਲਈ, ਝੋਲੀਓ ਵੱਢ ਲਈ। ਉਹਨਾਂ ਨੇ ਇਹ ਝੋਲੀ ਵੱਢ ਲਈ ਕਿ ਤੁਸੀਂ ਪਿਛਲੀਆਂ 2 ਸਰਕਾਰਾਂ ਦੇਖ ਲਈਆਂ, ਅਕਾਲੀ ਦਲ ਵਾਲੇ ਵੀ ਦੇਖ ਲਏ, ਕਾਂਗਰਸ ਵਾਲੇ, ਇੱਕ ਮੌਕਾ ਤਾਂ ਦੇ ਦਿਓ। ਇਹ ਤੇ ਪਰ ਹੁਣ ਹੋਰ ਕੀ ਕਹਿ ਸਕਦਾ? ਇਹਦਾ ਮਤਲਬ ਉਹ ਸਿੱਧਾ ਹੀ ਗੱਲ ਕਹਿਤੀ ਕਿ ਇੱਕ ਮੌਕਾ ਤਾਂ ਦੇ ਦਿਓ, ਮੈਨੂੰ ਵੀ ਪਰਖ ਕੇ ਦੇਖ ਲਓ ਵੀ ਅਸੀਂ ਆਮ ਆਦਮੀ ਪਾਰਟੀ ਕੀ ਕਰ ਸਕਦੀ ਹੈ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਜੋ ਵੀ ਕੀਤਾ ਜਾ ਰਿਹਾ ਸਾਰੀਆਂ ਪੋਲੀਟੀਕਲ ਪਾਰਟੀਆਂ 2022 ਨੂੰ ਲੈ ਕੇ ਲੋਕਾਂ ਨਾਲ ਵਾਅਦੇ ਕਰਦੀਆਂ, ਲੋਕਾਂ ਨੂੰ ਲੁਭਾਵਣੇ ਵਾਅਦੇ ਦੇ ਰਹੀਆਂ, ਲੋਕਾਂ ਨਾਲ ਜਿਹੜੀਆਂ ਸ਼ੋਸ਼ੇਬਾਜ਼ੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ, ਸਾਰਾ ਕੁਝ ਇੱਕੋ ਮਾਟੋ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ 2022 ਦੀਆਂ ਚੋਣਾਂ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਅੱਜ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।